जनरल बराड़ मजाक कहते शीतलदास इन्ने वैपन कितों आ गए। हाँ जी। कहते जी कोई पुछण वाली गल आ कि 1965 ਜਿਹੜੇ ਤੁਹਾਡੇ फौज के बंदे छड्ड के भज्जे सी ਉਹੀ ਇੱਥੇ आ गए ने। जी खबर आई कि भी दरबार साहब के उत्ते जी CRP BSF ने फायरिंग शुरू करती। BSF ਨੂੰ हुक्म करता जी कि भी स्टॉप दिस फायरिंग इमीजिएटली। It is a very minor surgical operation. अच्छा जी। It will be over in no time. अच्छा एक क्रिमिनल ਇੱਥੇ ਦਰਬਾਰ ਸਾਹਿਬ 'ਚ ਆ ਬੈਠਿਆ जी ਤੇ ਉਹਨੂੰ ਆਪਾਂ ਖਤਮ ਕਰਕੇ ਯੂਟਿਲਾਈਜ਼ ਕਰ ਦੇਣਾ ਹੈਗਾ। ठीक 100 ਬੰਦਾ ਤਾਂ ਸੰਤ ਪਿੰਡਰਾ ਵਾਲੇ ਦਾ ਕਮਿਟਡ ਹੈਗਾ ठीक ਤੇ ਉਹ ਸਰੈਂਡਰ ਨਹੀਂ ਕਰਨਗੇ। ਲੜਾਈ ਹੋ ਠੋਕ ਕੇ ਹੋ ਮੈਂ ਕਿਹਾ ਜੀ ਫਾਰ ਏ ਸਿੱਖ there cannot be better death than to die defending his faith. इन्हों की हिस्टरी है सूरा सो पहचानिए जो लड़ो दिन को मैं सारा समझाया। फिर दसिया माझे दे सिख हठी तुर्क फौज फिर डर नट्ठी। मैं कहा जी लड़ाई हो ठोक के हो। जिहड़ा अकाली दल है ये कांग्रेस का प्राइमरी स्कूल है। पंजाब 1799 चैनल वेखण वाले सारे दर्शकों को मेरे वालों यानी बलविंदर सिंह पक्खो के वालों आप सब नूं फतेह प्रवान होवे जी। वाहिगुरू जी का खालसा वाहिगुरू जी की फतेह। ਵੱਖ-ਵੱਖ ਖੇਤਰ ਦੀਆਂ ਬਹੁਤ ਸਾਰੀਆਂ ਮੌਜੂਦ ਹਸਤੀਆਂ ਦੇ ਨਾਲ ਤੁਸੀਂ ਮੈਨੂੰ ਅਕਸਰ ਗੱਲਬਾਤ ਕਰਦਿਆਂ ਵੇਖਿਆ ਸੁਣਿਆ। ਜਿਸ ਸ਼ਖਸੀਅਤ ਨਾਲ ਮੈਂ ਤੁਹਾਨੂੰ ਰੂਬਰੂ ਕਰਾਉਣ ਜਾ ਰਿਹਾ ਜੀ ਉਹਨਾਂ ਦਾ ਨਾਮ ਹੈ ਸਰਦਾਰ ਗੁਰਦਿਆਲ ਸਿੰਘ ਜੀ ਪੰਧੇਰ, ਜੋ ਕਿ ਰਿਟਾਇਰਡ DGP ਨੇ ਨੈਸ਼ਨਲ ਸਿਕਿਉਰਿਟੀ ਗਾਰਡਸ NSG। ਬਹੁਤ ਹੀ ਵੱਡੀ ਇੱਕ ਸਿਕਿਉਰਿਟੀ ਏਜੰਸੀ ਹੈ ਜਿਹਨੂੰ ਸਾਰੇ ਤੁਸੀਂ ਜਾਣਦੇ ਹੋ। ਸਾਰੇ VIPs ਦੀ ਸਿਕਿਉਰਿਟੀ ਉਹਨਾਂ ਦੇ ਕੋਲ ਹੁੰਦੀ ਹੈ ਅਤੇ ਉਸ ਡਿਪਾਰਟਮੈਂਟ ਦੇ ਵਿੱਚੋਂ ਬਤੌਰ DGP ਰਿਟਾਇਰ ਹੋਇਆ। ਔਰ ਸਾਰੇ ਹੈਰਾਨ ਅਤੇ ਬੜੇ ਖੁਸ਼ ਵੀ ਹੋਏ ਹੋਣਗੇ ਕਿ ਅੱਜ ਸ਼ਾਇਦ ਬਲਵਿੰਦਰ ਸਿੰਘ ਪੱਖੋਕੇ ਨੂੰ ਪਹਿਲੀ ਵਾਰੀ ਕਿਸੇ DGP ਰੈਂਕ ਦੇ ਅਧਿਕਾਰੀ ਦੇ ਨਾਲ ਤੁਸੀਂ ਗੱਲਬਾਤ ਕਰਦਿਆਂ ਵੇਖ ਸੁਣ ਰਹੇ ਹੋ। ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੁਛ ਐਸੀਆਂ ਵਿਸ਼ੇਸ਼ ਘਟਨਾਵਾਂ ਹੋਈਆਂ ਨੇ ਜਿਹੜੀਆਂ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਲੋਕਾਂ ਨੂੰ ਪਤਾ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਟੀਨਏਜਰਸ ਨੇ ਜਿਹੜੇ 84 ਤੋਂ ਬਾਅਦ ਪੈਦਾ ਹੋਏ ਆ ਔਰ ਕਿਤੇ ਨਾ ਕਿਤੇ DGP ਪੰਧੇਰ ਸਾਹਿਬ ਦਾ ਤਾਲੁਕ 84 ਦੇ ਦਰਬਾਰ ਸਾਹਿਬ ਦੇ ਹਮਲੇ ਵੇਲੇ ਇੱਕ ਇਹ ਅਹਿਮ ਘਟਨਾ ਦੇ ਨਾਲ ਵੀ ਆ ਜਿਹੜੀ ਅੱਜ ਵਿਸ਼ੇਸ਼ ਤੌਰ 'ਤੇ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਬਤੌਰ DIG ਉਸ ਵਕਤ 84 ਦੇ ਵਿੱਚ ਇਹ BSF ਦੇ DIG ਦੇ ਤੌਰ 'ਤੇ ਅੰਮ੍ਰਿਤਸਰ ਦੇ ਵਿੱਚ ਤੈਨਾਤ ਸਨ। ਕੀ ਘਟਨਾਕ੍ਰਮ ਹੋਇਆ, ਕਿੱਦਾਂ ਆਰਮੀ ਆਈ, ਉਹ ਡਿਪਲੋਏ ਹੋਈ, ਇਹਨਾਂ ਨੂੰ ਕੀ ਕਿਹਾ ਗਿਆ, ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਅੱਜ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸਭ ਤੋਂ ਪਹਿਲਾਂ ਸਾਰੇ ਵੇਖਣ ਸੁਣਨ ਵਾਲਿਆਂ ਨੂੰ ਇੱਕ ਰਿਕੁਐਸਟ ਹੈ ਕਿ ਪਲੀਜ਼ ਬਿਲਕੁਲ ਖਾਮੋਸ਼ੀ ਨਾਲ ਅਤੇ ਪੂਰੀ ਇਕਾਗਰਤਾ ਦੇ ਨਾਲ ਸਾਡੀ ਗੱਲਬਾਤ ਸੁਣਿਓ। ਅੱਜ ਇਹ ਗੱਲਬਾਤ ਬਹੁਤ ਹੀ ਵਿਸ਼ੇਸ਼ ਆ। ਆਓ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਜੀ ਬਹੁਤ ਹੀ ਸਤਿਕਾਰਯੋਗ ਰਿਟਾਇਰਡ DGP ਸਾਹਿਬ ਸਰਦਾਰ ਗੁਰਦਿਆਲ ਸਿੰਘ ਜੀ ਪੰਧੇਰ ਸਾਹਿਬ। ਪੰਧੇਰ ਸਾਹਿਬ ਸਾਡੇ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਸਭ ਤੋਂ ਪਹਿਲਾਂ ਤਾਂ DGP ਸਾਹਿਬ ਮੈਂ ਇਹ ਗੱਲ ਜਾਣਨੀ ਚਾਹਾਂਗਾ ਕਿ ਕਦੋਂ ਤੁਸੀਂ ਇਸ ਖੇਤਰ 'ਚ ਆਏ, ਤੁਸੀਂ ਕਦੋਂ IPS ਕੀਤੀ ਜਾਂ ਕਿੱਦਾਂ ਤੁਸੀਂ ਇਹ ਜੁਆਇਨ ਕੀਤਾ ਇਹ ਡਿਪਾਰਟਮੈਂਟ? ਮੈਂ ਜੀ IPS 1967 'ਚ ਜੁਆਇਨ ਕੀਤਾ ਸੀ। ਠੀਕ ਹੈ ਜੀ। ਮੈਂ ਪਹਿਲਾਂ ਫੌਜ 'ਚ 4.5 ਸਾਲ ਸਰਵਿਸ ਕਰਕੇ ਆਇਆ ਸੀ। ਅੱਛਾ ਜੀ। ਉੱਥੇ ਵੀ ਪਰਮਾਨੈਂਟ ਹੋ ਗਿਆ ਸੀ। ਮੈਨੂੰ ਇੱਧਰ ਮੌਕਾ ਮਿਲਿਆ, ਮੈਂ ਇੱਧਰ ਚੇਂਜ ਕਰ ਲਿਆ। ਠੀਕ ਹੈ। ਅਤੇ ਮੈਨੂੰ ਫਿਰ ਉਹਦੀ ਫੌਜ ਦੀ ਸੀਨੀਅਰਟੀ ਦੇ ਕੇ 1964 ਦਾ ਬੈਚ ਅਲਾਟ ਹੋ ਗਿਆ ਸੀ। ਐਕਸ ਆਰਮੀ ਮੈਨ ਦਾ ਵੀ ਤੁਹਾਨੂੰ ਬੈਨੀਫਿਟ ਮਿਲਿਆ? ਹਾਂਜੀ ਉਹੀ ਨਾ 3 ਸਾਲ ਸਰਵਿਸ ਦਾ ਮਿਲਿਆ। ਜੀ ਜੀ। ਅਤੇ ਫਿਰ ਸਭ ਤੋਂ ਪਹਿਲੀ ਪੋਸਟਿੰਗ ਤੁਹਾਡੀ ਕਿੱਥੇ ਰਹੀ? IPS ਦੇ ਵਿੱਚ? ਹਾਂਜੀ ਹਾਂਜੀ। ਮੈਂ ਜੀ ਦਿੱਲੀ ਪੁਲਿਸ 'ਚ ਜੁਆਇਨ ਕੀਤਾ ਸੀ। ਅੱਛਾ ਜੀ। ਦਿੱਲੀ ਪੁਲਿਸ 'ਚ ਟ੍ਰੇਨਿੰਗ ਪਹਿਲਾਂ 1 ਸਾਲ ਟ੍ਰੇਨਿੰਗ ਹੁੰਦੀ ਆ, ਉਹਦੇ ਬਾਅਦ ਪ੍ਰੈਕਟੀਕਲ ਟ੍ਰੇਨਿੰਗ ਹੁੰਦੀ ਆ ਜੀ। ਅਤੇ ਮੈਨੂੰ ਪ੍ਰੈਕਟੀਕਲ ਟ੍ਰੇਨਿੰਗ ਖਤਮ ਹੋਣ ਤੋਂ ਬਾਅਦ ASP ਪਹਾੜਗੰਜ ਕਰੋਲ ਬਾਗ ਦਾ ਲਾਇਆ ਸੀ ਦਿੱਲੀ। ਠੀਕ ਹੈ। ਕਿਉਂਕਿ ਕਰੋਲ ਬਾਗ ਦੇ ਵਿੱਚ ਔਰ ਪਹਾੜਗੰਜ 'ਚ ਜੀ ਜੀ ਪੈਸੇ ਬਣਾਉਣ ਦੇ ਬਹੁਤ ਸਕੋਪ ਹੈਗਾ। ਪੁਲਿਸ ਵਾਲਿਆਂ ਨੂੰ ਮੈਨੂੰ ਇਸ ਕਰਕੇ ਲਾਇਆ ਕਿ ਵੀ ਇਹਦੀ ਰੈਪੂਟੇਸ਼ਨ ਚੰਗੀ ਹੈ ਅਤੇ ਇਹ ਠੀਕ ਰਹੂਗਾ, ਅਤੇ ਮੇਰਾ ਜੀ ਠੀਕ ਰਿਹਾ। ਅੱਛਾ ਜੀ। ਅੱਛਾ ਇੱਕ ਗੱਲ ਪੰਧੇਰ ਸਾਹਿਬ, ਜਦੋਂ IAS ਅਤੇ IPS ਅਧਿਕਾਰੀਆਂ ਦੀ ਗੱਲ ਆਉਂਦੀ ਹੈ ਨਾ ਵੀ ਸਾਰੀ ਸਰਕਾਰ ਅਸਲ ਦੇ ਵਿੱਚ ਇਹੀ ਹੁੰਦੇ ਆ। ਠੀਕ ਹੈ, ਸਾਡੇ ਚੁਣੇ ਨੁਮਾਇੰਦੇ ਵੀ ਹੁੰਦੇ ਆ, ਮੁੜ ਕੇ
ਇਹ ਸਿਆਸਤਦਾਨਾਂ ਨੂੰ ਚਲਾਉਂਦੇ ਆ ਜਾਂ ਸਿਆਸਤਦਾਨ ਇਹਨਾਂ ਨੂੰ ਚਲਾਉਂਦੇ ਆ, ਇਹਨਾਂ ਦਾ ਇੱਕ ਆਪਣਾ ਆਈਕਿਊ ਹੁੰਦਾ, ਇੱਕ ਆਪਣੀ ਸੋਚ ਦਾ ਲੈਵਲ ਹੁੰਦਾ। ਆਮ ਬੰਦੇ ਨਾਲੋਂ ਕੀ ਡਿਫਰੈਂਸ ਆ, ਕੀ ਸਟੱਡੀ ਹੁੰਦੀ ਆ, ਕੀ ਤੁਹਾਡੀ ਟ੍ਰੇਨਿੰਗ ਹੁੰਦੀ ਆ? ਇੱਕ ਤਾਂ ਇਹ ਹੈ ਜੀ ਕਿ ਜਦੋਂ ਇਹ IAS IPS ਜੁਆਇਨ ਕਰਦੇ ਆ ਜੀ 95% ਲੋਕ ਬੜੇ ਇਮਾਨਦਾਰ ਹੁੰਦੇ ਆ, ਉਹਨਾਂ 'ਚ ਜੋਸ਼ ਹੁੰਦਾ ਜੀ, ਉਤਸ਼ਾਹ ਹੁੰਦਾ ਕਿ ਅਸੀਂ ਸੇਵਾ ਕਰਨੀ ਆ। ਤੇ ਹੌਲੀ ਹੌਲੀ ਉਹ ਵੱਡਿਆਂ ਨੂੰ ਦੇਖ ਕੇ ਉਹ ਵੀ ਬਦਲਦੇ ਜਾਂਦੇ ਆ। ਮਤਲਬ ਅੱਛੀ ਫੈਮਿਲੀ ਬੈਕਗ੍ਰਾਉਂਡ ਤੋਂ ਹੁੰਦੇ ਆ ਉਹਨੂੰ ਮੈਕਸਿਮਮ। ਕੋਈ ਜ਼ਰੂਰੀ ਨਹੀਂ ਹੈ, ਜਿਹੜਾ ਵੀ ਪੜ੍ਹਨ ਪੜ੍ਹਾਉਣ 'ਚ ਚੰਗਾ ਹੋਵੇ, ਟੈਸਟ ਪਾਸ ਕਰ ਲਏ, ਇੰਟਰਵਿਊ 'ਚ ਕਰ ਜਾਏ, ਉਹ IAS IPS ਬਣ ਜਾਂਦਾ। ਗਰੀਬਾਂ ਦੇ ਵੀ ਹੈਗੇ, ਕਈ ਗਰੀਬ ਮੁੰਡੇ ਵੀ ਬੜੇ ਇਮਾਨਦਾਰ ਹੁੰਦੇ ਆ, ਅਖੀਰ ਤੱਕ ਰਹਿੰਦੇ ਆ। ਠੀਕ। ਤੇ ਪਰ ਉਹ ਵੱਡਿਆਂ ਨੂੰ ਦੇਖ ਕੇ ਕਿ ਜੋ ਸਾਡੇ ਉੱਪਰ ਵਾਲੇ ਕਰਦੇ ਆ, ਇਹ ਕਰਦੇ ਆ, ਤੇ ਹੋਰ ਲਾਲਚ ਕਰਕੇ ਜੇ ਇਹਨੂੰ ਵਧੀਆ ਪੋਸਟਿੰਗ ਲੱਗ ਜਾਏ, ਇਹ ਲੱਗ ਜਾਏ, ਉਹ ਫਿਰ ਕੰਪਰੋਮਾਈਜ਼ ਕਰਨਾ ਸ਼ੁਰੂ ਕਰ ਦਿੰਦੇ ਆ। ਠੀਕ। ਅਦਰਵਾਈਜ਼ ਇਹਨਾਂ ਨੂੰ ਇੰਨੀ ਤਨਖਾਹ ਮਿਲਦੀ ਆ, ਇੰਨੇ ਹੋਰ ਬੈਨੀਫਿਟਸ ਹੈਗੇ ਜੀ, ਤੇ ਪ੍ਰੋਟੈਕਸ਼ਨ ਵੀ ਕਾਫੀ ਹੈਗੀ ਆ ਜੀ। ਸਟੇਟ ਗਵਰਨਮੈਂਟ ਤੁਹਾਨੂੰ ਸਸਪੈਂਡ ਕਰ ਸਕਦੀ ਆ ਜਾਂ ਬਦਲ ਸਕਦੀ ਆ, ਪਰ ਤੁਹਾਨੂੰ ਡਿਸਮਿਸ ਨਹੀਂ ਕਰ ਸਕਦੀ। ਹੋਰ ਪਨਿਸ਼ਮੈਂਟ ਦੇਣ ਵਾਸਤੇ ਜੀ ਉਹਨਾਂ ਨੂੰ ਸਟੇਟ ਗਵਰਨਮੈਂਟ ਨੂੰ, ਸੈਂਟਰ ਗਵਰਨਮੈਂਟ ਨੂੰ ਲਿਖਣਾ ਪੈਂਦਾ ਜੀ। ਸੈਂਟਰ ਗਵਰਨਮੈਂਟ ਨੂੰ ਮੇਜਰ ਪਨਿਸ਼ਮੈਂਟ ਵਾਸਤੇ ਇੱਕ ਸਾਡਾ ਸਿਲੈਕਸ਼ਨ ਬੋਰਡ ਹੁੰਦਾ UPSC, ਉਹਦੇ ਕੋਲ ਕੇਸ ਜਾਂਦਾ ਜੀ। ਉਹਦਾ ਫਿਰ ਸਾਰਾ 17 ਮੈਂਬਰਾਂ ਦਾ ਬੋਰਡ ਬਹਿ ਕੇ ਫੈਸਲਾ ਕਰਦੀ ਆ ਵੀ ਇਹਦਾ ਆਹ ਕੀ ਕਸੂਰ ਹੈਗਾ ਜਾਂ ਨਹੀਂ ਹੈਗਾ। ਉਹ ਤੁਹਾਨੂੰ ਪਨਿਸ਼ਮੈਂਟ ਜੇ ਘੱਟ ਪ੍ਰਪੋਜ਼ ਕੀਤੀ ਹੋਵੇ ਵਧਾ ਵੀ ਦਿੰਦੀ ਹੈ ਜੀ, ਤੇ ਜੇ ਵੱਧ ਕੀਤੀ ਹੋਵੇ ਉਹਨੂੰ ਘਟਾ ਵੀ ਦਿੰਦੀ ਹੈ ਜਾਂ ਜ਼ਿਆਦਾ ਹੀ ਐਗਜ਼ੋਨਰੇਟ ਕਰ ਦਿੰਦੀ ਆ। ਤਾਂ ਉਸ ਕੇ ਇਹਨਾਂ ਨੂੰ ਬਹੁਤ ਪ੍ਰੋਟੈਕਸ਼ਨ ਆ। ਪਰ ਅਨਫੋਰਚੂਨੇਟਲੀ ਇਹ ਆਪਦੇ ਜਾਤੀ ਫਾਇਦੇ ਵਾਸਤੇ ਜੀ ਇਹ ਕੰਪਰੋਮਾਈਜ਼ ਕਰਨਾ ਸ਼ੁਰੂ ਕਰ ਦਿੰਦੇ ਆ ਜੀ। ਤਾਂ ਇਸ ਕਰਕੇ ਇਹ ਕਹਿਣਾ ਕਿ ਪੋਲੀਟੀਸ਼ੀਅਨ ਹੀ ਮਾੜੇ ਆ, ਇਹ ਠੀਕ ਨਹੀਂ ਹੈਗਾ। ਠੀਕ। ਕਿਉਂਕਿ ਪੋਲੀਟੀਸ਼ੀਅਨ ਤਾਂ ਹਰ 5 ਸਾਲਾਂ ਬਾਅਦ ਟੈਸਟ ਪਾਸ ਕਰਕੇ MLA MP ਬਣਦਾ। ਠੀਕ। ਅਸੀਂ ਇੱਕ ਟੈਸਟ ਪਾਸ ਕਰਕੇ 36 ਸਾਲ ਖਾਂਦੇ ਹਾਂ ਉਹੀ। ਠੀਕ ਹੈ। ਠੀਕ। ਤੇ ਉਸ ਕਰਕੇ ਇਹ ਕਹਿਣਾ ਕਿ ਪੋਲੀਟੀਸ਼ੀਅਨ ਹੀ ਮਾੜੇ ਆ, ਮੇਰਾ ਤਾਂ ਇਹ ਹੈ ਕਿ ਸੀਨੀਅਰ ਅਫਸਰ ਜ਼ਿਆਦਾ ਮਾੜੇ ਆ। ਜੇ ਤੁਸੀਂ ਆਪ ਦੀ ਪੋਸਟਿੰਗ ਵਾਸਤੇ ਜੀ ਇਹ ਪੋਲੀਟੀਸ਼ੀਅਨ ਨੂੰ ਨਾ ਕਹੋ ਜੀ ਮੈਨੂੰ ਇੱਥੇ ਲਾ ਦਿਓ, ਇੱਥੇ ਲਾ ਦਿਓ, ਤੁਹਾਨੂੰ ਕੁਝ ਨਹੀਂ ਕਹਿੰਦਾ। ਬਿਲਕੁਲ ਠੀਕ। ਤੇ ਜਦੋਂ ਤੁਸੀਂ ਆਪ ਮੰਗਦੇ ਹੋ ਜੀ ਇੱਥੇ ਲਾ ਦਿਓ, ਫਿਰ ਆਪਣਾ ਇਨਵੈਸਟਮੈਂਟ ਜਿਹੜੀ ਕਰਦਾ ਸਣੇ ਵਿਆਜ ਵਾਪਸ ਲੈ ਲੈਂਦਾ। ਬਿਲਕੁਲ ਠੀਕ। ਤਾਂ ਮੇਰੇ ਖਿਆਲ 'ਚ ਤਾਂ ਇਹ ਹੈ ਕਿ ਵੀ ਇਹ ਸੀਨੀਅਰ ਅਫਸਰ IAS ਦੇ IPS ਦੇ ਵਿੱਚ ਮਾੜੇ ਨੇ ਜੀ ਜੀ। ਇੱਕ ਮਜ਼ਾਕ ਹੈਗਾ ਕਿ ਤੁਹਾਡੀ ਬੈਕਬੋਨ ਦੇ 32 ਰੀੜ੍ਹ ਦੀਆਂ ਹੱਡੀਆਂ ਟੁਕੜੇ ਹੁੰਦੇ ਆ, ਵਰਟੇਬਰੇ ਹੁੰਦੇ ਆ ਜੀ। ਹਰ ਸਾਲ ਸਰਵਿਸ ਕਰਨ ਨਾਲ ਇੱਕ ਟੁੱਟ ਜਾਂਦਾ। ਤੇ ਜਦੋਂ 30-32 ਸਾਲ ਸਰਵਿਸ ਕਰਕੇ ਤੁਸੀਂ ਚੀਫ ਸੈਕਟਰੀ DGP ਬਣਦੇ ਆ, ਤੁਹਾਡੀ ਬੈਕਬੋਨ ਦਾ ਵਰਟੇਬਰਾ ਕੋਈ ਨਹੀਂ ਰਹਿੰਦਾ, ਉਹ ਅੱਗੇ ਨੂੰ ਔਰ ਪਿੱਛੇ ਨੂੰ ਇੱਕੋ ਜਿਹਾ ਮੁੜ ਜਾਂਦੇ ਆ। ਠੀਕ ਠੀਕ ਹੈ। ਤੇ ਪੋਲੀਟੀਸ਼ੀਅਨ ਨੂੰ ਫਾਇਦਾ ਲੈਣਾ ਹੁੰਦਾ, ਉਹਨੇ ਆਪਦਾ ਕੰਮ ਕਰਨਾ, ਉਹ ਲਾ ਦਿੰਦਾ। ਬਿਲਕੁਲ। ਅਕਸਰ ਇਹ ਗੱਲ ਕਹੀ ਜਾਂਦੀ ਹੈ ਜੀ ਵੀ ਅੱਜ ਦੀ ਡੇਟ ਦੇ ਵਿੱਚ ਜੋ ਪੋਜੀਸ਼ਨ ਬਣੀ ਪਈ ਆ ਪੁਲਿਸ ਆਫੀਸਰਸ ਦੀ, SSP ਲੱਗਦੇ ਆ ਜਾਂ SHOs ਲੱਗਦੇ ਨੇ, ਤੇ ਅਕਸਰ ਇਹ ਗੱਲ ਕਹਿਤੀ ਜਾਂਦੀ ਵੀ ਉਹ ਸਿਆਸਤਦਾਨ ਉਹਨਾਂ ਨੂੰ ਲਾਉਂਦੇ ਜਿਨ੍ਹਾਂ ਦੀ ਰੀੜ੍ਹ ਦੀ ਹੱਡੀ ਨਹੀਂ ਹੈਗੀ। ਅੱਜ ਇੱਕ ਗੱਲ ਕਲੀਅਰ ਤੁਸੀਂ ਕਰਤੀ ਆ ਵੀ ਇੱਕ ਸਮੇਂ ਤੋਂ ਬਾਅਦ ਵਾਕਿਆ ਰੀੜ੍ਹ ਦੀ ਹੱਡੀ ਖਤਮ ਹੋ ਜਾਂਦੀ, ਉਹ ਫਲੈਕਸੀਬਲ ਹੋ ਜਾਂਦੇ ਨੇ। ਪਰ 5% ਸੱਤਿਆਨਾਸ਼ ਨਹੀਂ ਹੋਇਆ ਜੀ। 5% ਅਜੇ ਵੀ ਲੋਕ ਤਗੜੇ ਹੈਗੇ ਆ ਜਿਹੜੇ ਅਖੀਰ ਤੱਕ ਸਟੈਂਡ ਲੈਂਦੇ ਆ। ਇੱਥੇ ਇੱਕ ਪੰਜਾਬ 'ਚ ਸੀਗਾ BP ਤਿਵਾੜੀ ਜੀ, ਹੁਸ਼ਿਆਰਪੁਰ ਦੇ ਲੋਕ ਬੜੇ ਸ਼ਿਕਾਇਤੀ ਨੇ। ਉਹ ਕਿਸੇ DC SP ਨੂੰ ਸਾਲ ਤੋਂ ਬਾਅਦ ਉਹ ਉੱਥੇ 4 ਸਾਲ ਰਹਿ ਗਿਆ ਆ ਜੀ, ਕੋਈ ਉਹਦਾ ਨਾਂ ਨਹੀਂ ਲੈਂਦਾ। ਉਹਦੇ ਕੋਲ 4-5 ਕੁਰਸੀਆਂ ਸੀ, 4 ਬੈੱਡ ਸੀਗੇ, ਉਹ ਅੱਧੇ ਘੰਟੇ 'ਚ ਆਪਦਾ ਸਮਾਨ ਪੈਕ ਕਰ ਲੈਂਦਾ ਸੀ। ਹੁਸ਼ਿਆਰਪੁਰ ਵਰਗੇ ਹੁਸ਼ਿਆਰ ਡਿਸਟ੍ਰਿਕਟ ਦੇ ਵਿੱਚ ਵੀ ਉਹ 4 ਸਾਲ ਆਰਾਮ ਨਾਲ ਕੱਟ ਕੇ ਆਇਆ, ਕਦੇ ਕਿਸੇ ਨੇ ਇੰਟਰਫੇਅਰ ਨਹੀਂ ਕੀਤਾ ਜੀ ਜੀ ਜੀ। ਤਾਂ ਉਸਕੇ ਅਜੇ ਵੀ ਬੀਨਾਸ ਹੀ ਨਹੀਂ ਹੋਇਆ। ਕੁਛ ਹੈਗੇ ਜਿਵੇਂ ਉਹ ਨੋਇਡਾ ਦੇ ਵਿੱਚ ਸੀ ਲੜਕੀ ਨਾਗਪਾਲ ਜੀ, ਉਹਨੇ ਬੜੇ ਵੱਡੇ ਮਾਫੀਆ ਦੇ ਖਿਲਾਫ ਐਕਸ਼ਨ ਲਿਆ ਜੀ, ਫਿਰ ਉਹ ਸਸਪੈਂਡ ਹੋ ਗਈ। ਉਹਦੀ ਸਸਪੈਂਡ ਹੋ ਕੇ ਇਨਕੁਆਇਰੀ ਹੋਈ ਜੀ, ਤਾਂ ਉਹਦੇ ਕਮਿਸ਼ਨਰ ਨੇ ਉਹਦੇ ਖਿਲਾਫ ਲਿਖਿਆ, ਉਹਦੇ ਚੀਫ ਸੈਕਟਰੀ ਨੇ ਲਿਖਿਆ, ਕਿਉਂਕਿ ਕਮਿਸ਼ਨਰ ਵੀ ਰਿਟਾਇਰ ਹੋ ਕੇ ਕੋਈ ਜੌਬ ਮਿਲ ਗਈ ਤੇ ਚੀਫ ਸੈਕਟਰੀ ਵੀ ਰਿਟਾਇਰ ਹੋ ਕੇ ਕਿਤੇ ਮਿਲ ਗਿਆ, ਔਰ ਫਿਰ ਵੀ ਉਹ ਮੀਡੀਆ ਦੇ ਵਿੱਚ ਉਹਦੀ ਇੰਨੀ ਰੈਪੂਟੇਸ਼ਨ ਵਧੀਆ ਸੀ ਕਿ ਉਹ ਰੀਇਨਸਟੇਟ। ਇਹ ਜੇ ਬੀਨਾਸ ਨਹੀਂ ਹੋਇਆ, ਅਜੇ ਹੈਗੇ ਕੁਝ ਲੋਕ ਪਰ ਬਹੁਤੇ ਨਹੀਂ। ਜਿਵੇਂ ਹੁਣ ਇੱਕ ਪੰਜਾਬ 'ਚ ਲੇਡੀ ਹੈ ਗੁਰਪ੍ਰੀਤ ਕੌਰ ਦਿਓ ਜੀ, ਗੁਰਪ੍ਰੀਤ ਕੌਰ ਦਿਓ ਬਹੁਤ ਵਧੀਆ, ਅਪਰਾਈਟ ਹੈ, ਕਲੀਨ ਹੈ, ਹਾਂ, ਬੜੀ ਫਰਜ਼ਸ਼ਨਾਸ ਆਫੀਸਰ ਨੇ ਉਹ ਜੀ। ਬਿਲਕੁਲ ਹੇਰਾ ਫੇਰੀ ਇੰਨੀ ਨਹੀਂ ਹੋਣ ਦਿੰਦੀ, ਉਹਨੂੰ ਕਦੇ ਜ਼ਿਲ੍ਹੇ 'ਚ ਨਹੀਂ ਲਾਉਂਦੇ। ਜਦੋਂ ਇਲੈਕਸ਼ਨ ਕਮਿਸ਼ਨ ਆਉਂਦਾ ਉਹ ਲਾਉਂਦਾ ਕਿ ਜੀ ਇਲੈਕਸ਼ਨ ਆ ਉਹ ਠੀਕ ਕਰਾ ਦਿੰਦੀ ਆ। ਅਜੇ ਹੈਗੇ ਬੀਨਾਸ ਨਹੀਂ ਹੋਇਆ, ਪਰ 90% ਬੀਨਾਸ ਹੋ ਗਿਆ।
ਬਿਲਕੁਲ ਠੀਕ ਹੈ ਜੀ। ਜਿੱਦਾਂ ਤੁਸੀਂ ਕਿਹਾ ਕਿ 5% ਜੇ ਹੈਗੇ ਆ ਜਿਹੜੇ ਹੱਕ ਸੱਚ ਤੇ ਸਟੈਂਡ ਲੈਂਦੇ, ਯੂ ਆਰ ਆਲਸੋ ਵਨ ਆਫ ਦੈਮ ਸਰ, ਸਾਡੀ ਜਾਣਕਾਰੀ ਮੁਤਾਬਕ। ਔਰ ਵਾਕਈ ਜਿਹੜੀ ਗੱਲ ਇਹਨਾਂ ਨੇ ਕੀਤੀ ਆ, ਬਹੁਤ ਜਲਦ ਤੁਹਾਨੂੰ ਯਕੀਨ ਆਏਗਾ ਕਿ ਇਹ ਉਹਨਾਂ 5% ਅਫਸਰਾਂ ਦੇ ਵਿੱਚੋਂ ਕਿਵੇਂ ਆ। ਇੱਕ ਗੱਲ ਪੰਧੇਰ ਸਾਹਿਬ, ਕਿ ਇੱਕ IPS ਅਫਸਰ ਜਦੋਂ ਉਹ ਆਪਣੀ ਟ੍ਰੇਨਿੰਗ ਕਰਦਾ, ਉਹਨੂੰ ਪੂਰਾ ਕਾਨੂੰਨ ਬਾਰੇ, ਸੰਵਿਧਾਨ ਬਾਰੇ ਸਾਰਾ ਕੁਝ ਪੜ੍ਹਿਆ ਹੁੰਦਾ, ਪਤਾ ਹੁੰਦਾ, ਪਰ ਉਸ ਤੋਂ ਬਾਅਦ ਮਿਲੀਟੈਂਸੀ ਦੇ ਨਾਂ ਦੇ ਉੱਤੇ IPS ਅਫਸਰਾਂ ਨੇ ਇੰਨੀ ਹਿਊਮਨ ਰਾਈਟ ਵਾਇਲੇਸ਼ਨ ਕੀਤੀ ਆ ਕਿ ਇੱਕ IPS ਅਫਸਰ ਹੋਣ ਦੇ ਨਾਤੇ ਤੁਹਾਨੂੰ ਲੱਗਦਾ ਕਿ ਸਾਡਾ ਸੰਵਿਧਾਨ, ਕਾਨੂੰਨ ਕਿਤੇ ਕਮਜ਼ੋਰ ਹੈ ਕਿ ਇਹਨਾਂ ਨੂੰ ਹਿਊਮਨ ਰਾਈਟ ਵਾਇਲੇਸ਼ਨ ਕਰਨੀ ਪਈ ਜਾਂ ਆਊਟ ਆਫ ਦੀ ਵੇ ਜਾ ਕੇ ਮਿਲੀਟੈਂਸੀ ਨੂੰ ਖਤਮ ਕਰਨਾ ਪਿਆ? ਕੀ ਗੱਲ ਕਾਨੂੰਨ ਕਿਤੇ ਕਮਜ਼ੋਰ ਆ? ਦੇਖੋ ਜੀ, ਇਸ ਤਰ੍ਹਾਂ ਹੈਗਾ, ਬੰਦੇ ਇੱਕ ਮੱਧ ਪ੍ਰਦੇਸ਼ ਦੇ ਵਿੱਚ, ਸੈਂਟਰਲ ਇੰਡੀਆ 'ਚ ਇਨਸਰਜੈਂਸੀ ਐਂਡ ਟੈਰਰਿਜ਼ਮ ਬਹੁਤ ਜ਼ੋਰਾਂ 'ਤੇ ਸੀ 1833 'ਚ ਜੀ। 1833 ਤੋਂ ਲੱਗ ਕੇ 1841 ਤੱਕ ਇੱਕ ਅੰਗਰੇਜ਼ ਅਫਸਰ ਹੋਇਆ ਵਾਲਟਰ ਸਲੀਵੈਨ ਜੀ, ਉਹਨੇ 8 ਸਾਲਾਂ 'ਚ ਨਿਊਟਰਲਾਈਜ਼ ਕਰਤੀ। ਠੀਕ। ਤੇ ਉਸ ਤੋਂ ਬਾਅਦ ਉਹ ਰਿਟਾਇਰ ਹੋ ਗਿਆ। ਹੁਣ ਪਿਛੇ 5 ਸਾਲ ਪਹਿਲਾਂ ਜਬਲਪੁਰ ਦੇ ਲੋਕਾਂ ਨੇ ਇੱਕ ਮੰਦਿਰ ਬਣਾਇਆ ਜੀ। ਉਹ ਮੰਦਿਰ ਦਾ ਨਾਂ ਹੀ ਸਲੀਮੈਨ ਟੈਂਪਲ ਰੱਖਿਆ। ਅੱਛਾ ਜੀ। ਉਹਦਾ ਸਲੀਮੈਨ ਦਾ ਗ੍ਰੇਟ ਗ੍ਰੈਂਡ ਸਨ ਜੀ। ਇੰਗਲੈਂਡ ਤੋਂ ਉਹਨਾਂ ਨੇ ਇਨਵਾਈਟ ਕੀਤਾ ਕਿ ਇਸ ਮੰਦਿਰ ਦਾ ਤੂੰ ਉਦਘਾਟਨ ਕਰ ਜੀ। ਜੇ ਤੁਸੀਂ ਪਬਲਿਕ ਨਾਲ ਠੀਕ ਹੋਵੋ, ਜੀ। ਪਬਲਿਕ ਵੀ ਤੁਹਾਨੂੰ ਯਾਦ ਕਰਦੀ ਹੈ, ਰੱਖਦੀ ਹੈ। ਜੀ। ਮਨ ਦੀ ਤਸੱਲੀ ਆ। ਉਹ ਵਾਲਟਰ ਸਲੀਮੈਨ ਦੇ ਤਰੀਕੇ ਬੜੇ ਟਰਾਂਸਪੇਰੈਂਟ ਸੀ। ਜੀ। ਮਾਰਦਾ ਸੀ, ਇਹ ਨਹੀਂ ਕਹਿੰਦਾ ਇਨਕਾਊਂਟਰ 'ਚ ਮਾਰਿਆ, ਮੈਂ ਵੀ ਮਾਰਿਆ, ਮੈਂ ਨਹੀਂ ਕਹਿੰਦਾ, ਠੀਕ। ਮੈਂ ਫੜ ਕੇ ਕੋਈ ਨਹੀਂ ਮਾਰਿਆ, ਠੀਕ। ਤੇ ਜਾਂ ਗੋਲੀ ਲੱਗ ਰੀਅਲ ਐਨਕਾਊਂਟਰ ਹੋ ਗਿਆ, ਹਾਂ, ਫੜ ਕੇ ਕੋਈ ਨਹੀਂ ਮਾਰਿਆ, ਐਨਕਾਊਂਟਰ, ਰੀਅਲ ਐਨਕਾਊਂਟਰ। ਜੇ ਗੋਲੀ ਲੱਗ ਕੇ ਗਿਰ ਗਿਆ ਤਾਂ ਉਹਨੂੰ ਚੱਕ ਕੇ ਹਸਪਤਾਲ ਜਾਣਾ, ਮਤਲਬ ਪੱਟੀ ਕਰਾ ਕੇ ਪੁਲਿਸ ਨੂੰ ਹੈਂਡਓਵਰ ਕਰ ਦੇਣਾ। ਤੇ ਇਸੇ ਤਰ੍ਹਾਂ ਇੱਥੇ ਵੀ ਅਸੀਂ ਇਹ ਕਰਦੇ ਸੀਗੇ। ਤੇ ਉਹ ਫੜ ਕੇ ਨਹੀਂ ਮਾਰਿਆ ਹੈਗਾ ਜ਼ਿੰਦਗੀ 'ਚ। ਅਜੇ ਵੀ ਉਹ ਵਾਲਟਰ ਸਲੀਮੈਨ ਨੂੰ ਅਜੇ ਤੱਕ ਲੋਕ ਯਾਦ ਕਰਦੇ ਆ। ਠੀਕ। ਉਹਦੇ ਗ੍ਰੇਟ ਗ੍ਰੈਂਡ ਸਾਨੂੰ ਬੁਲਾਇਆ। ਠੀਕ। ਤੇ ਜਿਹੜੇ ਸਾਡੇ ਇਹ ਨੇ ਲੋਕ ਛੇਤੀ ਪ੍ਰਮੋਸ਼ਨਾਂ ਲੈਣ ਨੂੰ, ਰਿਵਾਰਡ ਲੈਣ ਨੂੰ, ਇਹ ਕਰਨ ਨੂੰ, ਉਹ ਕਰਨ ਨੂੰ, ਉਹ ਜਿਹੜੇ ਫੜ ਕੇ ਮਾਰਦੇ ਆ, ਤਦ ਹੀ ਪਬਲਿਕ ਉੱਠਦੀ ਹੈ। ਠੀਕ। ਦੂਜਾ, ਕਾਨੂੰਨ ਦੇ ਵਿੱਚ ਵੀ ਥੋੜ੍ਹੀ ਜਿਹੀ ਲੋੜ ਹੈਗੀ ਆ ਜੀ ਕਿ ਜਿਹੜੀ ਸਾਡੀ ਸਿਲੈਕਸ਼ਨ ਹੈ ਜੀ, ਉਹ ਤਾਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਕਰਦਾ ਹੈਗਾ। ਜੀ। ਜੀ। ਅੱਗੇ 1958 ਤੱਕ ਪ੍ਰਮੋਸ਼ਨ ਵੀ IAS IPS ਦੀ ਜੋ ਪ੍ਰਮੋਸ਼ਨ ਲਿਸਟ ਬਣਦੀ ਸੀ ਉਹ UPSC ਬਣਾਉਂਦਾ ਸੀ। ਠੀਕ। ਉਹਦੇ 'ਚ ਹੋਮ ਸੈਕਟਰੀ ਨੂੰ, ਗੌਰਮੈਂਟ ਆਫ ਇੰਡੀਆ ਦੇ ਨੂੰ ਕੋਈ ਸਕੋਪ ਨਹੀਂ ਸੀਗਾ ਹੇਰਾਫੇਰੀ ਕਰ ਲੈ। ਜੀ। ਉਹਨੇ 16 ਦਸੰਬਰ 1958 ਨੂੰ ਇੱਕ ਨੋਟੀਫਿਕੇਸ਼ਨ ਕਰਾ ਕੇ ਜੀ ਜਿਹੜਾ ਇੰਪੈਨਲਮੈਂਟ ਸੀ IAS IPS ਦਾ ਜੀ ਉਹ UPSC ਦੇ ਹੱਥੋਂ ਘਟਾ ਲਿਆ ਜੀ। ਘਟਾਉਣ ਤੋਂ ਬਾਅਦ ਅੱਗੇ ਇਹ ਸੀ ਕਿ ਜਦੋਂ ਵੀ UPSC ਕੋਲ ਨਵੀਂ ਲਿਸਟ ਵਾਸਤੇ ਹੋਮ ਸੈਕਟਰੀ ਜਾਂਦਾ ਸੀ ਗਵਰਨਮੈਂਟ ਆਫ ਇੰਡੀਆ ਦਾ ਜੀ, ਤੇ UPSC ਪੁੱਛਦੀ ਸੀ ਵੀ ਉਹ ਪੁਰਾਣੀ ਲਿਸਟ ਲਿਆ ਜੀ, ਉਹ ਕੱਢ ਕੇ ਵੀ ਉਹਨਾਂ ਨੂੰ ਤੁਵੇਂ ਪਲੇਸਮੈਂਟ ਕਿਵੇਂ ਕੀਤੀ ਆ, ਉਹਨਾਂ ਦੀ ਪ੍ਰਮੋਸ਼ਨ ਕਿਵੇਂ ਹੋਈ ਆ ਜੀ। ਉਹ ਹੋਮ ਸੈਕਟਰੀ ਦਾ ਸਕੋਪ ਹੀ ਕੋਈ ਨਹੀਂ ਸੀ, ਪੋਲੀਟੀਸ਼ੀਅਨ ਨੂੰ ਅਬਲਾਈਜ਼ ਕਰਨ ਦਾ ਕੁਝ ਨਹੀਂ ਸੀ। ਠੀਕ। ਇਹਨਾਂ ਨੇ ਉਹ ਹੁਣ ਕੱਢਣ ਦੇ ਬਾਅਦ ਇਹੀ ਇਹ ਪੈਨਲ ਬਣਾਉਂਦੇ ਆ। ਉਹ ਮੇਬੀ ਪੈਨਲ ਦੇ ਉੱਤੇ ਬੰਦਾ 5 ਨੰਬਰ ਹੋਵੇ ਤੇ ਉਹਦੇ 5-4 ਮਿਨਿਸਟਰ ਉਹਨਾਂ ਦੀ ਸਟੇਟ ਤੇ ਜਾਂ ਹੋਰ ਹੋਣ, ਉਹਨੂੰ ਪਹਿਲਾਂ ਪ੍ਰਮੋਸ਼ਨ ਹੋ ਜਾਂਦੀ ਆ। ਉਹ ਬਾਕੀ ਪੈਨਲ, ਜਿਵੇਂ ਮੈਂ 1.5 ਸਾਲ ਪੈਨਲ ਤੇ ਹੀ ਰਿਹਾ, ਉਹਨੂੰ ਕਹਿੰਦੇ ਆ OPD, ਅਫਸਰ ਔਨ ਪੈਨਲ ਡਿਊਟੀ। ਤੇ ਉਹ ਜੇ ਗਵਰਨਮੈਂਟ ਆਫ ਇੰਡੀਆ ਦਾ 16 ਦਸੰਬਰ 1958 ਦਾ ਨੋਟੀਫਿਕੇਸ਼ਨ ਕੈਂਸਲ ਕਰਕੇ ਇਹਨਾਂ ਦੀ ਇੰਪੈਨਲਮੈਂਟ ਸਿਸਟਮ IAS IPS ਦੀ ਉੱਥੇ ਚਲੀ ਜਾਵੇ ਤਾਂ ਇਹਦੇ ਨਾਲ ਪੋਲੀਟੀਕਲ ਇੰਟਰਫੇਰੈਂਸ ਕਾਫੀ ਘੱਟ ਜਾਏਗੀ। ਨਾਲੇ ਅਫਸਰ ਹੀ ਇੱਧਰ ਉੱਧਰ ਭੱਜਣਗੇ, ਉਹਨੂੰ ਪਤਾ ਵੀ ਪ੍ਰਮੋਸ਼ਨ ਸੀਨੀਅਰਟੀ ਨਾਲ ਮਿਲਣੀ ਆ ਜੀ। ਪੈਨਲ UPSC ਨੇ ਬਣਾਉਣਾ, ਉੱਥੇ ਕੁਝ ਨਹੀਂ। ਤਾਂ ਇਸ ਕਰਕੇ ਉਹ ਆਪੇ ਘੱਟ ਜਾਏਗੀ। ਤੇ ਹੋਰ ਵੀ ਕਾਨੂੰਨ ਤਾਂ ਬਥੇਰੇ ਹੈਗੇ, ਐਸੀ ਕੋਈ ਗੱਲ ਨਹੀਂ। ਪਰ ਦੂਜਾ ਇਹ ਆ ਕਿ ਮੇਰੇ ਉਹ ਥਾਣੇਦਾਰ ਨੇ ਦੱਸਿਆ ਸੀ ਜੀ, ਜਿਹੜਾ ਮੇਰਾ ਗੁਰੂ ਸੀ, ਉਹਨੇ 2 ਦੱਸਿਆ ਸੀ ਵੀ ਕਿ ਜੇ ਤੂੰ ਇਮਾਨਦਾਰ ਰਹਿ ਕੇ ਕੰਮ ਕਰਨਾ ਜੀ ਤਾਂ ਤੈਨੂੰ 2 ਬੰਦਿਆਂ ਦੀ ਸਪੋਰਟ ਚਾਹੀਦੀ ਆ ਜੀ। ਬਈ ਇੱਕ ਤਾਂ ਜੱਜ ਨਾਲ, ਜੁਡੀਸ਼ੀਅਰ ਵਾਲੇ ਨਾਲ ਬਣਾ ਕੇ ਰੱਖੀ ਜੀ, ਤੇ ਜਦੋਂ ਵੀ ਕਿਸੇ ਬੜੇ ਬੰਦੇ ਨੂੰ ਹੱਥ ਪਾਇਆ ਉਹਦੇ ਖਿਲਾਫ FIR ਲਿਖੀ, ਜੱਜ ਨੂੰ ਟੈਲੀਫੋਨ ਕਰ ਦੇਣਾ ਕਿ ਵੀ ਜੱਜ ਸਾਹਿਬ ਅੱਜ ਸ਼ਾਮ ਨੂੰ ਰਜਿਸਟਰ ਕਲੋਜ਼ ਕਰਨ ਦੀ ਇੱਕ ਖਾਨਾ ਖਾਲੀ ਰੱਖ ਲੈਣਾ, ਕੱਲ 9 ਵਜੇ ਅਸੀਂ ਰਾਤੋਂ ਰਾਤ ਬਹਿ ਕੇ 4 ਸ਼ੀਟ ਤੇਰੇ ਐਡਮਿਟ ਕਰ ਦਿਆਂਗੇ। ਜਦੋਂ ਉਹ ਕੋਰਟ 'ਚ ਕੇਸ ਐਡਮਿਟ ਹੋ ਗਿਆ, ਉੱਤੋਂ ਕੋਈ ਆਵੇ ਤੇ ਉੱਤੇ ਲਿਖਿਆ ਫੈਕਟਸ ਆਰ ਲਾਈਕ ਦਿਸ, ਦਾ ਕੇਸ ਇਜ਼ ਐਡਮਿਟਡ ਇਨ ਏ ਕੋਰਟ ਆਫ ਲਾ, ਤਾਂ ਮੈਟਰ ਸਬ ਜੁਡਿਸ, ਉਹ 'ਤੇ ਤੁਹਾਡੀ ਕੋਈ ਇਨਕੁਆਇਰੀ ਕੁਛ ਨਹੀਂ ਹੋ ਸਕਦਾ, ਬੱਚਤ ਹੋ ਜਾਂਦੀ ਹੈ। ਠੀਕ ਹੈ। ਤੇ ਦੂਜਾ ਇਹ ਆ ਕਿ ਤੁਹਾਨੂੰ ਆਪਣੀ ਵਾਈਫ ਦੇ ਨਾਲ, ਸਪਾਊਸ ਦੇ ਨਾਲ ਸਪੋਰਟ ਚਾਹੀਦੀ ਆ। ਕਈ ਅਫਸਰ ਦੇਖੇ ਨੇ
ਆਪ ਬੜੇ ਚੰਗੇ ਆ, ਉਹ ਬੀਵੀ ਸਿੱਧੀ ਪੈਸੇ ਲਈ ਜਾਂਦੀ ਆ। ਜੇ ਤੁਹਾਡੀ ਵਾਈਫ ਨਾ ਸਪੋਰਟ ਕਰੇ, ਜੀ ਜੀ ਤੁਸੀਂ ਇਮਾਨਦਾਰ ਰਹਿ ਹੀ ਨਹੀਂ ਸਕਦੇ। ਬਿਲਕੁਲ ਠੀਕ। ਤੇ ਇਸ ਕਰਕੇ ਕਈ ਪੋਸਟਾਂ ਐਸੀਆਂ ਹੁੰਦੀਆਂ ਨੇ ਭੰਦੇਰ ਸਾਹਿਬ ਵੀ ਉੱਥੇ ਤੁਹਾਨੂੰ ਕੁਝ ਡਿਮਾਂਡ ਕਰਨ ਦੀ ਲੋੜ ਨਹੀਂ ਪੈਂਦੀ, ਆਟੋਮੈਟਿਕਲੀ ਗਿਫਟ ਦੇ ਰੂਪ ਦੇ ਵਿੱਚ ਉਹਨੇ ਜੇ ਥਾਣੇਦਾਰ ਕਹਿੰਦੇ ਆ ਜਾਂ ਇਹ ਤਹਿਸੀਲਦਾਰ ਕਹਿੰਦੇ ਆ ਕਿ ਸਾਹਿਬ ਦੀ ਇੱਕ ਵਾਰੀ ਕੋਠੀ ਵੜਦਾ ਕਰਦੇ, ਮੈਂ ਮੁੜ ਕੇ ਨਹੀਂ ਨਿਕਲਦਾ। ਉਹਦੀ ਵਾਈਫ ਨੂੰ ਹੈਂਡਲ ਕਰਦੇ ਆ, ਸਾਹਿਬ ਅੱਜ ਮੇਰੇ ਬੱਚੇ ਦਾ ਆਇਆ, ਇਹ ਗਿਫਟ ਦੇ ਗਿਆ, ਦੇ ਗਿਆ, ਉਹ ਕਰਦੇ ਆ। ਇਹ ਜਿਹੜੇ ਥਾਣੇਦਾਰ ਨੇ ਹੁਸ਼ਿਆਰ ਨੇ ਤੇ ਤਹਿਸੀਲਦਾਰ ਹੁਸ਼ਿਆਰ ਨੇ, DCSP ਨੂੰ ਇਸ ਤਰ੍ਹਾਂ ਹੈਂਡਲ ਕਰ ਲੈਂਦੇ ਉੱਥੋਂ ਦੀਆਂ ਵਾਈਫਸ। ਤੇ ਜੇ ਤੁਹਾਡੀ ਵਾਈਫ ਸਪੋਰਟ ਕਰੇ, ਜੱਜ ਨਾਲ ਬਣਾਈ ਹੋਵੇ, ਫਿਰ ਸੇਫਟੀ ਬੜੀ ਹੈ ਜੀ, ਕੋਈ ਡਰ ਨਹੀਂ ਹੈਗਾ। DGP ਸਰਦਾਰ ਗੁਰਦਿਆਲ ਸਿੰਘ ਭੰਦੇਰ ਸਾਹਿਬ ਕੋਲ ਜਾਣਕਾਰੀ ਦਾ ਇੰਨਾ ਭਰਪੂਰ ਖਜ਼ਾਨਾ ਹੈ ਕਿ ਇਹਨਾਂ ਨੇ ਲਗਭਗ 3000 ਤੋਂ ਵੱਧ ਕਿਤਾਬਾਂ ਪੜ੍ਹੀਆਂ ਹੋਈਆਂ ਨੇ। ਸਿੱਖ ਹਿਸਟਰੀ ਨੂੰ ਬੜੀ ਬਾਰੀਕੀ ਨਾਲ ਇਹਨਾਂ ਨੇ ਸਟੱਡੀ ਕੀਤਾ ਹੋਇਆ। ਦੁਨੀਆ ਭਰ ਦੀਆਂ ਹਿਸਟਰੀਜ਼ ਤੋਂ ਇਹ ਜਾਣੂ ਨੇ। ਜੇ ਅਸੀਂ ਇਹਨਾਂ ਕੋਲੋਂ ਜਾਣਕਾਰੀ ਸਾਂਝੀ ਕਰਨ ਲੱਗ ਪਏ ਤੇ ਮੈਨੂੰ ਲੱਗਦਾ ਕਿ ਇਹ ਇੱਕ ਹਫ਼ਤੇ ਨਹੀਂ, ਕਈ ਦਿਨ ਜਿਹੜੇ ਆ, ਕਈ ਹਫ਼ਤੇ ਜਿਹੜੀ ਆ ਸਾਡੀ ਇੰਟਰਵਿਊ ਚੱਲ ਸਕਦੀ ਆ। ਹੁਣ ਅਸੀਂ ਭੰਦੇਰ ਸਾਹਿਬ ਉਸ ਪੁਆਇੰਟ 'ਤੇ ਆ ਰਹੇ ਹਾਂ ਜਦੋਂ 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਆਰਮੀ ਵੱਲੋਂ ਅਟੈਕ ਕੀਤਾ ਜਾਂਦਾ ਹੈ ਤੇ ਉਸ ਵਕਤ ਬਤੌਰ DIG BSF ਤੁਸੀਂ ਅੰਮ੍ਰਿਤਸਰ ਤੈਨਾਤ ਸੀਗੇ। ਉਸ ਵਕਤ ਦੇ ਘਟਨਾਕ੍ਰਮ ਬਾਰੇ ਅਸੀਂ ਚਾਹਾਂਗੇ, ਕਿਉਂਕਿ ਉਹ ਇੱਕ ਬਹੁਤ ਅਹਿਮ ਗੱਲ ਹੈ ਔਰ ਇੱਕ ਬੀਇੰਗ ਇੱਕ ਸਿੱਖ ਔਰ ਜ਼ਿੰਮੇਵਾਰ IPS ਆਫੀਸਰ ਹੋਣ ਦੇ ਨਾਤੇ ਤੁਹਾਡਾ ਕੀ ਪ੍ਰਤੀਕਰਮ ਰਿਹਾ, ਤੁਹਾਡੇ ਕੋਲੋਂ ਕੀ ਐਕਸਪੈਕਟੇਸ਼ਨ ਸਨ, ਤੁਸੀਂ ਉੱਥੇ ਕਿਵੇਂ ਡਿਊਟੀ ਜਿਹੜੀ ਨਿਭਾਈ, ਅਸੀਂ ਉਸ ਗੱਲ 'ਤੇ ਜਿਹੜੀ ਆ ਉਹ ਤੁਹਾਡੇ ਕੋਲ ਜਾਣਨਾ ਚਾਹਾਂਗੇ। 1 ਜੂਨ ਨੂੰ ਸਾਡੀ ਮੀਟਿੰਗ ਸੀ ਜੀ ਜਲੰਧਰ IG ਹੈੱਡਕੁਆਰਟਰ ਦੇ ਵਿੱਚ ਜੀ। ਉੱਥੇ ਮੈਨੂੰ ਕੋਈ 1:30 ਵਜੇ ਖਾਣਾ ਖਾਣ ਲੱਗੇ ਹੀ ਸੀ ਜੀ, ਖਬਰ ਆਈ ਕਿ ਵੀ ਦਰਬਾਰ ਸਾਹਿਬ ਦੇ ਉੱਤੇ ਜੀ CRP BSF ਨੇ ਫਾਇਰਿੰਗ ਸ਼ੁਰੂ ਕਰਤੀ। ਠੀਕ, 1 ਜੂਨ ਦੀ ਗੱਲ ਹੈ ਜੀ। 1 ਜੂਨ ਦੀ। ਠੀਕ। ਤਾਂ ਮੈਂ ਫਟਾਫਟ ਰੋਟੀ ਨਹੀਂ ਖਾਧੀ, ਉਹ ਛੱਡ ਕੇ ਫਟਾਫਟ ਜੀਪ 'ਚ ਭੱਜਿਆ। ਠੀਕ। ਤੇ ਉਹ ਕੋਈ 1.5 ਘੰਟਾ ਪੌਣੇ 2 ਘੰਟੇ 'ਚ ਪਹੁੰਚ ਗਿਆ। ਜੀ। ਪਹੁੰਚਦੇ ਸਾਰ ਮੈਂ ਕੋਤਵਾਲੀ ਆਇਆ। ਜੀ। ਕੋਤਵਾਲੀ PSF ਨੂੰ ਹੁਕਮ ਕਰਤਾ ਜੀ ਕਿ ਵੀ ਸਟਾਪ ਦਿਸ ਫਾਇਰਿੰਗ ਇਮੀਡੀਏਟਲੀ। ਠੀਕ। तो इतों BSF का वायरलेस मैसेज आया जी कि 3 इंच मोटर फायर छड्ड के बाकी सारे वैपन फायर करो। मतलब ये सी कि भी इन्हों दी पोजीशनां पता लग जाए, टेरेस तुसीं फायर करोगे वो तो लग जाएगा। तो मैं कहा आई सेड स्टॉप दिस नॉनसेंस, बट वे स्टॉप फायरिंग। ठीक। तो मैं वो स्टॉप कराती BSF दे दी। ठीक। तो CRP ਦੇ DIG ਨੂੰ ਵੀ ਬੇਨਤੀ ਕੀਤੀ। ਠੀਕ। ਤੇ ਉਹਨੇ ਨਹੀਂ ਕੀਤੀ। ਮੈਂ ਉਹਦੇ ਹੈੱਡਕੁਆਰਟਰ ਵੀ ਗਿਆ, ਉਹ ਕਿਤੇ ਅੱਗੇ ਚਲਾ ਗਿਆ ਤੇ ਫਿਰ ਸ਼ਾਮ ਨੂੰ 7-8 ਵਜੇ ਕੀਤੀ। ਉਸ ਦਿਨ ਕਾਫੀ ਕੈਜੂਅਲਟੀ ਹੋ ਗਈਆਂ ਸੀ, ਮੈਨੂੰ ਐਗਜ਼ੈਕਟਲੀ ਪਤਾ ਨਹੀਂ ਕਿੰਨਾ ਹੈਗਾ। ਠੀਕ। ਅੱਛਾ, ਉਹ ਜਿਹੜੀ ਫਾਇਰਿੰਗ ਕੀਤੀ ਗਈ ਸੀ ਉਹ ਸਿਰਫ ਜਿਹੜੇ ਅੰਦਰ ਖਾੜਕੂ ਸੀਗੇ ਉਹਨਾਂ ਦੇ ਵੈਪਨ ਕਿਸ ਕੁਆਲਿਟੀ ਦੇ ਨੇ ਉਹ ਜਾਣਨ ਲਈ ਕੀਤੀ ਗਈ ਸੀ ਕਿ ਜਾਂ ਵਾਕਿਆ ਕੋਈ ਉਹਨਾਂ ਦੀਆਂ ਪੋਜੀਸ਼ਨਸ ਹਾਂ ਪਤਾ ਕਰਨ ਵਾਸਤੇ ਵਿਦਆਊਟ ਐਨੀ ਰੀਜ਼ਨ ਜਾਂ ਕਹਿ ਲਓ ਵੀ ਰੀਜਨ ਦਾ ਜਦੋਂ ਉੱਥੇ ਟੈਰਰਿਸਟ ਜਾਂਦੇ ਆ ਆਪਣੇ ਉਹ ਬੰਕਰ ਬਣਾਉਂਦੇ ਸੀਗੇ, ਰੀਜਨ ਤਾਂ ਉਹ ਸੀ। ਠੀਕ। ਤੇ ਉਹਨਾਂ ਦਾ ਪਤਾ ਕਰਨਾ ਸੀ ਵੀ ਕੀ ਵੈਪਨ ਹੈ, ਕਿੰਨੇ ਹੈਗੇ, ਕਿੱਥੇ ਕਿੱਥੇ ਹੈਗੇ। ਹਾਂ। ਤੇ ਉਹ ਮੈਂ ਤਾਂ ਕਰਾਤੀ ਸੀ, ਕੈਜੂਅਲਟੀਜ਼ ਬਚ ਗਈਆਂ। ਠੀਕ। ਤੇ ਉਹਦੇ ਬਾਅਦ ਉਹ DIG CRP ਦੇ ਗਿਆ, ਉਹ ਵੀ ਨਹੀਂ ਕੁਛ। ਉੱਥੇ DC SSP ਉੱਥੇ ਬੈਠੇ ਸੀਗੇ ਜੀ। ਨਾਰਮਲੀ ਇਹ ਹੁੰਦਾ ਵੀ ਜਦੋਂ ਕੋਈ ਘਟਨਾ ਹੋ ਜਾਏ ਜੀ ਤਾਂ DC SSP ਮਿਲ ਕੇ ਪ੍ਰੋਗਰਾਮ ਬਣਾਉਂਦੇ ਆ ਵੀ ਕੱਲ ਨੂੰ ਕੀ ਹੋਊਗਾ, ਕਿਤੇ ਕਿਤੇ ਫੋਰਸ ਤੈਨਾਤ ਕਰਨੀ ਹੈ, ਕਿੱਥੇ ਕੀ ਕਰਨਾ। ਠੀਕ। तो DC ਸਾਹਿਬ ਦੀ ਔਰ SSP ਸਾਹਿਬ ਦੀ ਬਣਦੀ ਨਹੀਂ ਸੀ। ਠੀਕ। ਉਹ ਆਪਣੇ ਆਪ ਨੂੰ ਲਾਟ ਸਾਹਿਬ ਸਮਝਦੀ ਦੋਨੇ ਹੀ। ਠੀਕ। ਤੇ ਉਹ ਦੋਨੇ ਆਪਣੇ ਚੁੱਪ ਕਰਕੇ ਘਰ ਚਲੇ ਗਏ। ਅੱਛਾ ਜੀ। ਮੈਨੂੰ ਤਾਂ ਇਹ ਸੀ ਕਿ ਵੀ ਮੇਰੀ ਫੋਰਸ ਇਨਵੋਲਵਡ ਹੈਗੀ ਆ। ਠੀਕ। ਤੇ ਉਹ ਸਾਰਾ ਦੇਖ ਕੇ ਕੀਤਾ। ਠੀਕ। ਤੇ ਉਹਦੇ ਬਾਅਦ ਸ਼ਾਮ ਨੂੰ ਆਪਣਾ ਬੰਦੋਬਸਤ ਕਰਕੇ ਮੈਂ ਵੀ ਚਲਾ ਗਿਆ। ਬਟ ਵਟ ਆਈ ਐਮ ਸੇਇੰਗ ਉੱਥੇ DC SSP ਦੀ ਕੋਆਰਡੀਨੇਸ਼ਨ ਕੋਈ ਨਹੀਂ ਸੀ। ਅੱਛਾ ਜੀ। ਇਹ ਵੀ ਇੱਕ ਕਾਰਨ ਹੈਗਾ ਸੀਗਾ ਵੀ ਨਹੀਂ ਤੇ ਕਿਤੇ ਨਾ ਕਿਤੇ ਕੈਜੂਅਲਟੀਜ਼ ਜਾਂ ਕੋਈ ਨੁਕਸਾਨ ਜਨਰਲ ਸਟੈਂਡਰਡ ਪ੍ਰੈਕਟਿਸ ਹੈ ਜੀ। ਅੱਛਾ ਜੀ। ਤੁਸੀਂ ਕੋਈ ਵੀ ਇਨਸੀਡੈਂਟ ਹੋ ਜਾਏ ਜੀ ਤੇ ਉਹ DC SSP ਬੈਠ ਕੇ ਸਲਾਹ ਕਰਦੇ ਆ ਵੀ ਕੀ ਹੋਇਆ, ਕਿਵੇਂ ਹੋਇਆ, ਕੱਲ ਨੂੰ ਕੀ ਰਿਪਰਕਸ਼ਨ, ਕੱਲ ਨੂੰ ਕੀ ਪ੍ਰੀਕਾਸ਼ਨ ਲੈਣੀਆਂ। ਠੀਕ। ਇਹਨਾਂ ਨੇ ਕੋਈ ਪ੍ਰੀਕਾਸ਼ਨ ਲਈ ਆਪਣੇ ਘਰੇ ਚਲੇ ਗਏ। ਇਹਨਾਂ ਦਾ ਕੋਆਰਡੀਨੇਸ਼ਨ ਕੋਈ ਨਹੀਂ ਸੀ ਦੋਨਾਂ ਦਾ। ਠੀਕ। ਠੀਕ ਹੈ ਜੀ। ਤੇ ਹੁਣ ਜੋ ਮਰਜ਼ੀ ਇਹ ਕਹਾਣੀਆਂ ਬਣਾਈ ਜਾਣ, ਠੀਕ ਹੈ, ਪਰ ਇਹਨਾਂ ਦੀ ਕੋਆਰਡੀਨੇਸ਼ਨ ਆਪਸੀ DC SSP ਦੀ ਕੋਈ ਨਹੀਂ ਸੀ। ਈਗੋ ਪ੍ਰੋਬਲਮ ਬੜੀ ਸੀ ਦੋਨਾਂ ਦੀ। ਠੀਕ ਹੈ ਜੀ। ਅੱਛਾ, ਇਸ ਤੋਂ ਬਾਅਦ ਇਹ 1 ਜੂਨ ਦੀ ਗੱਲ ਆ। ਹਾਂਜੀ। ਤੇ ਆਰਮੀ ਵਾਲਿਆਂ ਨੇ ਫਿਰ ਕਦੋਂ? ਆਰਮੀ ਤਾਂ ਜੀ 31 ਤੋਂ ਆਣੀ ਸ਼ੁਰੂ ਹੋ ਗਈ ਸੀ। 31 ਮਈ ਤੋਂ। ਤੇ 3 ਤਰੀਕ ਨੂੰ ਉਹ ਰੇਡੀਓ ਤੇ ਵੀ ਅਨਾਉਂਸਮੈਂਟ ਹੋ ਗਈ ਸੀ। ਠੀਕ। ਤੇ ਜਨਰਲ ਸਾਹਿਬ ਨੇ ਸਾਡੀ
ਅੰਮ੍ਰਿਤਸਰ ਕੰਟੋਨਮੈਂਟ ਦੇ ਵਿੱਚ ਮੀਟਿੰਗ ਬੁਲਾਈ ਜਿਹਦੇ ਚ BSF ਦੇ ਵੀ CRP ਦੇ ਵੀ ਜੀ DC ਸਾਹਿਬ ਵੀ ਸੀਗੇ। ਪਹਿਲੇ ਸਰ ਗੁਰਦੇਵ ਸਿੰਘ ਦੀ 15 ਮਈ ਨੂੰ ਛੁੱਟੀ ਸੈਂਕਸ਼ਨ ਹੋ ਗਈ ਸੀ, ਠੀਕ ਉਹਨੂੰ 3 ਨੂੰ ਰਿਲੀਵ ਹੋਣਾ ਸੀ, ਠੀਕ ਉਹਦਾ ਰਿਲੀਵ ਆਏ ਸੀ ਸਰਦਾਰ ਰਵੇਸ਼ਿੰਦਰ ਸਿੰਘ ਜੀ ਜੀ ਮੰਡੇਰ ਹੈਗੇ ਆ, ਹਾਂਜੀ ਠੀਕ ਉਹ ਆਏ ਸੀ, ਉਹਨੇ ਟੇਕ ਓਵਰ ਕਰਨਾ ਸੀ, ਠੀਕ ਉਹ ਹੈ। ਦੋਨੇ ਮੀਟਿੰਗ ਦੇ ਵਿੱਚ ਸੀਗੇ। ਠੀਕ ਹੈ ਜੀ ਤੇ ਉਹ ਸਰ ਗੁਰਦੇਵ ਸਿੰਘ ਨੇ ਕਿਹਾ ਜੀ ਮੇਰੀ ਛੁੱਟੀ ਸੈਂਕਸ਼ਨ ਹੋ ਗਈ, ਮੈਂ ਓਲੰਪਿਕ ਦੇਖਣ ਜਾਣਾ ਠੀਕ ਹੈ ਤੇ ਮੈਨੂੰ ਸਿਕਿਉਰਿਟੀ ਦੋ, ਕਹਿੰਦੇ ਜੀ ਠੀਕ ਆ ਸਕੋਰ ਦਿੰਦੇ, ਕੱਲ ਤੁਹਾਨੂੰ ਛੱਡਿਆਏਗੀ। ਉਹ ਦੂਜੇ ਦਿਨ ਉਹਨਾਂ ਨੂੰ ਛੱਡਿਆ ਠੀਕ ਤੇ ਉੱਥੇ ਜਨਰਲ ਸਾਹਿਬ ਨੇ ਸਾਨੂੰ ਬਰੀਫ ਕੀਤਾ ਕਿ ਜੀ ਆਹ ਹੈਗਾ ਇੱਕ ਇਹ ਜਨਰਲ KS ਬਰਾੜ ਦੀ ਗੱਲ ਜਨਰਲ ਹੈ। ਕੁਲਦੀਪ ਸਿੰਘ ਬਰਾੜ ਹੈ ਜੀ ਜੀ ਮੇਜਰ ਜਨਰਲ ਸੀਗੇ ਉਹ, ਜੀ ਤੇ ਉਹ ਸਾਰਾ ਕਰਕੇ ਤੇ ਕਿ ਜੀ ਇਟ ਇਜ਼ ਏ ਵੈਰੀ ਮਾਈਨਰ ਸਰਜੀਕਲ ਆਪਰੇਸ਼ਨ, ਅੱਛਾ ਜੀ ਇਟ ਵਿਲ ਬੀ ਓਵਰ ਇਨ ਨੋ ਟਾਈਮ। ਅੱਛਾ ਇੱਕ ਕ੍ਰਿਮੀਨਲ ਇੱਥੇ ਦਰਬਾਰ ਸਾਹਿਬ 'ਚ ਆ ਬੈਠਿਆ ਜੀ ਤੇ ਉਹਨੂੰ ਆਪਾਂ ਖਤਮ ਕਰਕੇ ਯੂਟਿਲਾਈਜ਼ ਕਰ ਦੇਣਾ ਹੈਗਾ। ਠੀਕ ਤੋ ਸਾਰੀਆਂ ਗੱਲਾਂ ਹੋ ਗਈਆਂ ਤੇ ਉਹ ਜਦੋਂ ਉਹ ਕਹੇ ਨਾ ਜੀ ਵੈਰੀ ਮਾਈਨਰ ਆਪਰੇਸ਼ਨ ਸਰਜੀਕਲ ਆਪਰੇਸ਼ਨ ਲਈ ਓਵਰ ਇਨ ਨੋ ਟਾਈਮ, ਠੀਕ ਤੇ ਉਹ ਸਾਰੇ ਚੁੱਪ ਕਰਕੇ ਬੈਠੇ ਸੁਣੀ ਗਏ। ਜਦੋਂ ਗੱਲ ਖਤਮ ਹੋਈ ਮੈਂ ਕਿਹਾ ਜੀ ਇਹ ਮਾਈਨਰ ਆਪਰੇਸ਼ਨ ਨਹੀਂ, ਇਟ ਇਜ਼ ਮੇਜਰ ਆਪਰੇਸ਼ਨ। ਹਾਂਜੀ ਇੱਕ ਤਾਂ ਉਹ ਪਹਿਲਾਂ ਜਿਹੜਾ ਸੀਗਾ ਗੁਰੂ ਸਾਹਿਬ ਦਾ ਸ਼ਹੀਦੀ ਦਿਨ ਸੀ, ਉਸ ਤੋਂ ਬਾਅਦ ਸ਼ਾਇਦ ਅਮਾਵਸ ਸੀ, ਉਹ ਜਿਹੜੇ ਯਾਤਰੂ ਵਿੱਚ ਫਸ ਗਏ ਸੀ, ਠੀਕ ਮੈਂ ਕਿਹਾ ਜੀ ਉਹ ਮੁਫਤ ਦੇ ਫਸੇ ਹੋਏ ਨੇ ਉਹਨਾਂ ਨੂੰ ਕੱਢ ਦਿਓ। ਠੀਕ 100 ਬੰਦਾ ਤਾਂ ਸੰਤ ਭਿੰਡਰਾਂਵਾਲੇ ਦਾ ਕਮਿਟਡ ਹੈਗਾ ਠੀਕ ਤੇ ਉਹ ਸਰੈਂਡਰ ਨਹੀਂ ਕਰਨਗੇ। ਜੇ ਉਹਨਾਂ ਨੂੰ ਸਰੈਂਡਰ ਕਰ ਦੇਣਗੇ ਠੀਕ ਸੰਤ ਭਿੰਡਰਾਂਵਾਲੇ, ਉਹਨਾਂ ਇਸ ਵਿੱਚ ਸਰੈਂਡਰ ਕਰ ਦੇਣਗੇ। ਠੀਕ। ਮੈਂ ਕਿਹਾ ਇਹਦਾ ਪਬਲਿਕ ਉੱਠ ਕੇ ਮਾਰ ਦੇਗੀ, ਇਹਨਾਂ ਨੂੰ ਲੜਾਈ ਹੋਊ ਠੋਕ ਕੇ ਹੋਊ। ਮੈਂ ਕਿਹਾ ਜੀ ਫਾਰ ਏ ਸਿੱਖ there cannot be better death than to die defending his faith। ਇਹਨਾਂ ਦੀ ਹਿਸਟਰੀ ਹੈ, ਸੂਰਾ ਸੋ ਪਹਿਚਾਨੀਏ ਜੋ ਲੜੂ ਦਿਨ ਕੋ, ਮੈਂ ਸਾਰਾ ਸਮਝਾਇਆ। ਫਿਰ ਉਹ ਦੱਸਿਆ ਮਾਝੇ ਦੇ ਸਿੱਖ ਹੱਠੀ ਤੁਰਕ ਫੌਜ ਫਿਰ ਡਰ ਨੱਠੀ। ਮੈਂ ਕਿਹਾ ਜੀ ਲੜਾਈ ਹੋਊ ਠੋਕ ਕੇ ਹੋਊ। 100 ਬੰਦੇ ਤੁਸੀਂ ਇਹਨਾਂ ਦਾ ਖਾਣਾ ਕੱਟ ਦਿਓ, ਪਾਣੀ ਕੱਟ ਦਿਓ, ਬਿਜਲੀ ਕੱਟ ਦਿਓ, ਥੋੜਾ ਜਿਹਾ ਤੜਫਾ ਕੇ 8-9 ਦਿਨਾਂ ਬਾਅਦ ਇਹਨਾਂ ਤੇ ਅਟੈਕ ਕਰੋ। 25 ਬੰਦੇ ਤੁਹਾਡੇ ਮਰਨੇ ਚਾਹੀਦੇ ਆ, 100 ਇਹਦਾ ਇਹ ਤਾਂ ਹੋਣਾ ਹੀ ਹੋਣਾ। ਇਸ ਤੋਂ ਬਾਅਦ ਸਰੈਂਡਰ ਨਹੀਂ ਉਹ ਕਰੇਗਾ। ਉਹਨਾਂ ਨੂੰ ਕਿਹਾ, ਫਿਰ ਉਹ ਜਰਨੈਲ ਸਾਹਿਬ ਕਹਿੰਦੇ ਜੀ ਆਈ ਐਮ ਏ ਜੱਟ ਸਿੱਖ। ਮੈਂ ਕਿਹਾ ਜੀ ਜੱਟ ਸਿੱਖ ਦੀ 2 ਪਹਿਚਾਣ ਹੁੰਦੀਆਂ ਨੇ, ਦਾੜੀ ਮੁੱਛਾਂ ਪਿੰਡ ਦੇ ਜੰਪਲ ਜੀ, ਤੇ ਨਾ ਜਨਾਬ ਦੇ ਦਾੜੀ ਮੁੱਛਾਂ ਤੇ ਨਾ ਪਿੰਡ ਦੇ। ਤੁਹਾਨੂੰ ਤਾਂ ਇਹਨਾਂ ਦੀ ਸਾਈਕੋਲੋਜੀ ਨਹੀਂ ਪਤਾ ਹੈਗਾ। ਮੈਂ ਕਿਹਾ ਜੀ ਅੱਛਾ ਇਹ ਗੱਲ ਤੁਸੀਂ ਕਹਿਤੀ ਉਹਨਾਂ ਦੇ ਜਨਰਲ ਸਾਹਿਬ ਨੂੰ? ਹਾਂਜੀ ਮੈਂ ਕਿਹਾ ਜੀ ਮੈਂ ਇਹਨਾਂ ਦੇ ਵਿੱਚ ਰਹਿਣਾ, ਮੈਂ ਇਹਨਾਂ ਦੀ ਸਾਈਕੋਲੋਜੀ ਜਾਣਦਾ। ਹਾਂਜੀ ਦੇ ਵਿਲ ਪ੍ਰੈਫਰ ਟੂ ਡਾਈ ਭਿੰਡਰਾਂਵਾਲੇ ਦਾ 100 ਬੰਦਾ ਦੈਨ ਦੇ ਸਰੈਂਡਰ ਨਹੀਂ ਹੋਣਾ, ਲੜਾਈ ਹੋਊ ਠੋਕ ਕੇ ਹੋਊ। ਦੂਜਾ ਉਧਰ ਜਰਨੈਲ ਸੁਵੇਗ ਸਿੰਘ ਹੈਗਾ ਮੁਕਤੀ ਬਹਿਨੀ ਵਾਲਾ, ਹਾਂਜੀ ਹਾਂਜੀ ਬੰਗਲਾਦੇਸ਼ ਨੇ ਬਣਾਈ ਆ, ਉਹ ਬੜਾ ਕੈਪੇਬਲ ਜਨਰਲ ਹੈ। ਠੀਕ ਤਾਂ ਤੁਹਾਨੂੰ ਇਸ ਡੂ ਆਰ ਡਾਈ ਨਾਟ ਟੂ ਰੀਜਨ ਵਾਈ। ਮੈਂ ਕਿਹਾ ਜੀ ਇਹ ਫੌਜ ਹੁੰਦਾ ਹੋਣਾ, ਸਾਡੇ ਦਾ ਪੁਲਿਸ 'ਚ ਅਸੀਂ 8/22 ਕਹਿੰਦੇ ਆ, 8 ਵਾਰੀ 8W ਲਾ ਕੇ ਫਿਰ ਅਸੀਂ ਐਕਸ਼ਨ ਲੈਂਦੇ ਆ। ਠੀਕ ਤੇ ਵਾਟ ਇਜ਼ ਦਾ ਆਪਰੇਸ਼ਨ, ਵਾਟ ਇਜ਼ ਦਾ ਆਪੋਨੈਂਟ ਸਟਰੈਂਥ, ਵਾਟ ਇਜ਼ ਮਾਈ ਸਟਰੈਂਥ, ਵਾਟ ਇਜ਼ ਦਾ ਕੈਜੂਅਲਟੀਜ਼, ਵਾਟ ਇਜ਼ ਦਾ ਵੈਪਨ। ਮੈਂ ਕਿਹਾ ਜੀ ਉਹ 8 ਵਾਰੀ ਕਹੂੰਗਾ, 1 ਵਾਰੀ 2 ਵਾਰੀ। ਮੈਂ ਕਿਹਾ ਜੀ ਯੂ ਗਿਵ ਮੀ ਇਨ ਰਾਈਟਿੰਗ ਤੇ ਮੈਂ ਤੁਹਾਨੂੰ ਲਿਖ ਕੇ ਜਵਾਬ ਦੇ ਦਿਆਂਗਾ। ਠੀਕ ਤੇ ਮੈਂ ਕਿਹਾ ਦੂਜਾ ਇਹ ਨਹੀਂ ਹੈਗਾ ਇੱਥੇ ਲੜਾਈ ਹੋਊ ਠੋਕ ਕੇ ਹੋਊਗੀ। ਠੀਕ ਹੈ, ਇੰਨਾ ਸੌਖਾ ਨਹੀਂ ਹੋਣਾ। ਮਤਲਬ ਕਿਤੇ ਨਾ ਕਿਤੇ ਜਨਰਲ ਬਰਾੜ ਅੰਡਰ ਐਸਟੀਮੇਟ ਕਰ ਰਿਹਾ ਸੀ ਸਾਰੇ ਇਸ ਆਪਰੇਸ਼ਨ ਨੂੰ ਬਹੁਤ ਜ਼ਿਆਦਾ। ਉਹਨੇ ਜੀ ਮੁੱਕੇ ਮਾਰ ਕੇ ਕਹਿੰਦਾ, ਮੈਂ ਕਿਹਾ ਜੀ ਯੂ ਗਿਵ ਮੀ ਇਨ ਰਾਈਟਿੰਗ, ਕਹਿੰਦਾ ਜੀ ਇਹ ਓਪਨ ਮਿਊਟਨੀ। ਮੈਂ ਕਿਹਾ ਜੀ ਮਿਊਟਨੀ ਨਹੀਂ ਹੈਗੀ, ਸਾਨੂੰ ਤਾਂ ਉਸਤਾਦ ਨੇ ਇਹ ਦੱਸਿਆ ਵੀ ਕਾਗਜ਼ ਕਾਲੇ ਕਰਕੇ ਫਿਰ ਅੱਗੇ ਚੱਲਣਾ। ਜਲਿਆਂਵਾਲੇ ਬਾਗ ਦੇ ਵਿੱਚ ਵੀ ਲਾਰਡ ਹੰਟਰ ਇਨਕੁਆਇਰੀ ਕਮਿਸ਼ਨ ਬੈਠਿਆ ਸੀ ਜੀ, ਇਨਕੁਆਇਰੀ ਹੋਈ ਸੀ। ਉਹਨਾਂ ਨੇ ਜਨਰਲ ਡਾਇਰ ਨੇ ਜਿਹਨੇ ਫਾਇਰਿੰਗ ਕੀਤੀ ਉਹਦੇ ਖਿਲਾਫ ਸਟ੍ਰਕਚਰ ਪਾਸ ਕੀਤੀਆਂ। ਉਹ ਸੁਸਾਈਡ ਕਰਕੇ ਮਰ ਗਿਆ ਕਿ ਜੀ ਮੈਂ ਇੰਨਾ ਕੀਤਾ ਮੈਨੂੰ ਆਹ ਹੋਇਆ। ਇੱਥੇ ਵੀ ਹੋਰ ਸਾਲ ਬਾਅਦ 6 ਮਹੀਨੇ ਬਾਅਦ ਇਨਕੁਆਇਰੀ ਹੋਊਗੀ, ਮੈਂ ਤਾਂ ਕਾਗਜ਼ ਪੱਕੇ ਕਰਕੇ ਤਾਂ ਅੱਗੇ ਚੱਲੂੰਗਾ, ਮੈਂ ਵਰਬਲ ਆਰਡਰ ਨਹੀਂ ਮੰਨਦਾ। ਅੱਛਾ ਉਹਨਾਂ ਵੱਲੋਂ ਕੀ ਹੁਕਮ ਸੀ? ਮੁੱਕੀ ਮਾਰੀ ਟੇਬਲ ਤੇ, ਇਸੇ ਓਪਨ ਮਿਊਟਨੀ। ਮੈਂ ਕਿਹਾ ਜੀ ਮਿਊਟਨੀ ਅਕਲ ਦੀ ਗੱਲ ਆ, ਤੇ ਮੈਂ ਲਿਖ ਕੇ ਹੀ ਲਊਂਗਾ, ਰਿਟਨ ਆਰਡਰ ਕਰ ਲਓ, ਬਗੈਰ ਰਿਟਨ ਤੋਂ ਮੈਂ ਕੋਈ ਆਰਡਰ ਨਹੀਂ ਮੰਨਾਂਗਾ। ਠੀਕ, ਤੇ ਇਹ ਗੱਲ ਹੋਈ ਸੀ। ਅੱਛਾ ਮਤਲਬ ਤੁਸੀਂ ਵੀ ਉਹਨਾਂ ਲਿਖਤੀ ਤੁਹਾਨੂੰ ਕਿਹਾ ਕੁਝ ਨਹੀਂ, ਤੁਸੀਂ ਉਹਨਾਂ ਦਾ ਹੁਕਮ ਮੰਨਣ ਤੋਂ, ਮੂੰਹ ਜ਼ਬਾਨੀ ਹੁਕਮ ਮੰਨਣ ਤੋਂ ਤੁਸੀਂ ਇਨਕਾਰ ਕਰਤਾ? ਹਾਂਜੀ। ਮਤਲਬ ਕੀ ਤੁਹਾਨੂੰ ਉਹ ਕਹਿਣਾ ਕੀ ਚਾਹੁੰਦੇ ਸੀ ਵੀ ਤੁਸੀਂ ਅਟੈਕ ਦੇ ਵਿੱਚ ਸਾਨੂੰ ਨਾਲ? ਉਹ ਕਹਿੰਦੇ ਵੀ ਜਿੱਧਰ ਵੀ ਅਸੀਂ ਕਹਿੰਦੇ ਫਾਇਰਿੰਗ ਸ਼ੁਰੂ ਕਰੀ ਜਾਓ। ਅੱਛਾ ਤੁਸੀਂ ਕਰੀ BSF ਨਾਲ ਸਾਨੂੰ ਕੋਆਪਰੇਟ ਕਰੇ? ਹਾਂ ਮੈਂ ਕਿਹਾ ਜੀ ਕੋਆਪਰੇਟ ਕਰਾਂਗੇ, ਸਾਰਾ ਕਰਾਂਗੇ, ਤੁਸੀਂ ਸਾਨੂੰ ਲਿਖ ਕੇ ਦੇ ਦਿਓ, ਕੱਲ ਇਨਕੁਆਇਰੀ ਹੋਵੇ। ਠੀਕ, ਤੇ ਸਾਨੂੰ ਤਾਂ ਲੀਗਲ ਹੁਕਮ ਮੰਨਣਾ ਸਿਖਾਇਆ ਹੈਗਾ ਲਾਅ ਦੇ ਵਿੱਚ। ਲੀਗਲ ਆਰਡਰ ਹੋਊਗਾ ਮੰਨਾਂਗੇ, ਇਲੀਗਲ ਹੋਊਗਾ ਅਸੀਂ ਲਿਖ ਕੇ ਭੇਜ ਦਾਂਗੇ। ਉਹ ਨਾ ਮੁੱਕੀ ਮਾਰੀ ਇਸ ਓਪਨ ਮਿਊਟਨੀ ਦਿਸ ਥਿੰਗ ਦੈਟ ਥਿੰਗ। ਮੈਂ ਕਿਹਾ ਜੀ ਮਿਊਟਨੀ ਮਾਟਨੀ ਕੋਈ ਨਹੀਂ ਹੈਗੀ, ਡੂ ਆਰ ਨਾਟ ਟੂ ਰੀਜ਼ਨ ਵਾਈ। ਇਹਦਾ ਤੁਹਾਡੇ ਫੌਜ 'ਚ ਹੁੰਦਾ ਨਾ, ਸਾਡੇ ਨਹੀਂ ਹੁੰਦਾ ਹੈਗਾ। ਠੀਕ, ਕੱਲ੍ਹ ਨੂੰ ਇਨਕੁਆਇਰੀ ਜ਼ਰੂਰ ਹੋਊਗੀ, ਕੋਈ ਜੱਜ ਸੁਪਰੀਮ ਕੋਰਟ ਦਾ ਇਨਕੁਆਇਰੀ ਕਰੂਗਾ, ਪਰ ਸਰਬ ਸੱਤਿਆਨਾਸ਼ ਇਹਨਾਂ ਅਕਾਲੀਆਂ ਦਾ
ਹਾਂ 1997 ਜਿਹੜਾ ਇਹਨਾਂ ਦਾ ਸੀ ਨਾ ਇਲੈਕਸ਼ਨ ਮੈਨੀਫੈਸਟੋ, ਜੀ ਇਹਨਾਂ ਨੇ ਇਹ ਪ੍ਰੋਮਿਸ ਕੀਤਾ ਸੀ ਕਿ ਜੇ ਅਸੀਂ ਪਾਵਰ 'ਚ ਆ ਗਏ ਹਾਂਜੀ ਤਾਂ ਅਸੀਂ ਟਰੁੱਥ ਕਮਿਸ਼ਨ ਬਿਠਾਵਾਂਗੇ ਬਲੂ ਸਟਾਰ ਦੇ ਵਿੱਚ ਪਤਾ ਕਰਨ ਨੂੰ ਬਲੂ ਸਟਾਰ ਦੇ ਕੀ ਕਾਜ਼ਸ ਨੇ, ਕੀ ਹੋਇਆ ਨਹੀਂ ਹੋਇਆ। ਠੀਕ ਸੱਤਿਆਨਾਸ਼ ਇਹਨਾਂ ਦਾ। ਇਹਨਾਂ ਨੇ ਜਦੋਂ ਕੁਰਸੀ ਮਿਲ ਗਈ ਇਹਨਾਂ ਨੂੰ ਜਨਸੰਘਿਆ ਨਾਲ ਰਲ ਕੇ, ਹਾਂਜੀ ਇਹ ਉਹ ਟਰੁੱਥ ਕਮਿਸ਼ਨ ਸਾਰਾ ਭੁੱਲ ਗਏ। ਬਿਲਕੁਲ ਸਹੀ ਗੱਲ ਹੈ ਤੁਹਾਡੀ ਇਹ। ਔਰ ਵੇਖੋ ਇਸ ਵਕਤ ਡੀਜੀਪੀ ਸਾਹਿਬ ਦੀ 81 ਇਅਰਸ ਦੇ ਕਰੀਬ ਏਜ ਆ। ਜੇ ਕੱਲ੍ਹ ਨੂੰ ਕੋਈ ਵਾਕਿਆ ਟਰੁੱਥ ਕਮਿਸ਼ਨ ਬੈਠਿਆ ਹੁੰਦਾ, ਕੁਛ ਤੱਥ ਕੋਈ ਇਨਕੁਆਇਰੀਜ਼ ਇਹਨਾਂ ਕੋਲੋਂ ਹੁੰਦੀ, ਕੋਈ ਇਹਨਾਂ ਦੇ ਬਿਆਨ ਰਿਕਾਰਡ ਹੁੰਦੇ, ਤੇ ਕਿੰਨਾ ਵੱਡਾ ਸੱਚ ਸਾਹਮਣੇ ਆ ਸਕਦਾ ਸੀਗਾ, ਲੋਕਾਂ ਨੂੰ ਪਤਾ ਲੱਗ ਸਕਦਾ ਸੀਗਾ। ਪਰ ਇਹ ਗੱਲ ਜ਼ਿੰਮੇਵਾਰੀ ਨਹੀਂ ਨਿਭਾਈ ਉਸ ਸਮੇਂ ਦੀ ਅਕਾਲੀ ਗੌਰਮੈਂਟ ਨੇ, ਜਿਹੜੇ ਇਹ ਦਾਅਵੇ ਕਰਦੇ ਰਹੇ ਕਿ ਅਸੀਂ ਜ਼ਰੂਰ ਇਹਦੇ 'ਤੇ ਟਰੁੱਥ ਕਮਿਸ਼ਨ ਬਣਾ ਕੇ ਕੋਈ ਕਾਰਵਾਈ ਜਿਹੜੀ ਆ ਉਹ ਕਰਾਂਗੇ। ਉਸ ਤੋਂ ਬਾਅਦ ਫਿਰ ਤੁਹਾਨੂੰ ਕੀ ਇਹਨਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਹੁਣ ਵਿਡਰਾ ਕਰ ਲਓ? ਮੈਂ ਤੁਹਾਨੂੰ ਦੱਸਦਾ ਜੀ, ਇਹਦੇ ਉੱਤੇ ਇੱਕ ਹੋਰ ਹੁਣ ਪੰਜਾਬੀ 'ਚ ਕਿਤਾਬ ਆਈ ਹੈ ਜੀ, ਆਪਰੇਸ਼ਨ ਬਲੂ ਸਟਾਰ ਬਾਈ ਨਰਪਿੰਦਰ ਸਿੰਘ ਰਤਨ IAS ਅਫਸਰ। ਉਹ ਡਿਵੀਜ਼ਨਲ ਕਮਿਸ਼ਨਰ ਸੀ ਜਲੰਧਰ ਉਸ ਵੇਲੇ ਜੀ। ਉਹਨੇ 8 ਤਰੀਕ ਤੋਂ ਲੱਗ ਕੇ ਇੱਕ ਦਿਨ ਦੀ ਲਿਖੀ ਆ। ਉਦੋਂ ਵਧੀਆ ਡਿਟੇਲਡ ਕਿਤਾਬ ਬਲੂ ਸਟਾਰ ਉੱਤੇ ਹੋਰ ਕੋਈ ਨਹੀਂ ਕਿਸੇ ਨੇ ਲਿਖੀ। ਠੀਕ। ਕਿੰਨਾ ਨੁਕਸਾਨ ਹੋਇਆ, ਕਿੰਨੇ ਸਿਪਾਹੀਆਂ ਨੂੰ ਕੈਦ ਹੋਈ, ਕਿੰਨਾ ਡਿਸਮਿਸ ਹੋਇਆ, ਕਿੰਨਾ ਨੂੰ ਹੋਇਆ, ਕਿਤਨੇ ਹੈਗੇ, ਉਹ ਸਾਰੇ ਪੂਰੇ ਉਹਨੇ ਡਾਕੂਮੈਂਟ। ਉਦੋਂ ਵਧੀਆ ਕਿਤਾਬ ਉਹ ਤੁਸੀਂ ਜ਼ਰੂਰ ਪੜ੍ਹੋ ਜੀ ਜੀ। ਆਪਰੇਸ਼ਨ ਬਲੂ ਸਟਾਰ ਬਈ ਉਹਦੇ 'ਚ ਪੂਰੇ ਡਿਟੇਲ ਕਿੰਨੇ ਬੰਦੇ ਮਰੇ, ਕਿੰਨੇ ਫੌਜ ਦੇ ਮਰੇ, ਕਿੰਨੇ ਆਦਮੀਆਂ ਨੂੰ 15 ਸਾਲ ਦੀ ਹੋਈ, ਕਿੰਨਾ ਦੀ ਵਾਰ, ਸਭ ਕੁਝ ਪੂਰਾ ਉਹਨੇ ਲਿਖਿਆ। ਉਹ ਪੜ੍ਹਨ ਵਾਲੀ ਕਿਤਾਬ ਹੈਗੀ ਆ। ਠੀਕ 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 ਹੈ। ਉਹਨੇ ਡੇਲੀ ਲਿਖਿਆ ਰੋਜ਼ ਦਾ 8 ਤਰੀਕ ਨੂੰ ਬਾਕੀ ਗਿਆਨੀ ਜੈਲ ਸਿੰਘ ਜਦੋਂ ਆਇਆ ਕੀ ਹੋਇਆ, ਜੋ ਇੰਦਰਾ ਗਾਂਧੀ ਆਈ, ਇਹ ਵੀ ਉੱਥੇ ਕਿਉਂਕਿ ਉਹਨੇ ਰਿਸੀਵ ਕਰਨਾ ਹੁੰਦਾ। ਠੀਕ। ਉਦੋਂ ਵਧੀਆ ਕੋਈ ਕਿਤਾਬ ਨਹੀਂ ਹੈਗੀ ਬਲੂ ਸਟਾਰ ਦੀ ਡਿਟੇਲ 8 ਜੂਨ ਤੋਂ ਔਨਵਰਡਸ ਦੀ। ਅੱਛਾ, ਇਹ ਇੱਕ ਸਰ ਉਸ ਤੋਂ ਬਾਅਦ ਜਦੋਂ ਤੁਸੀਂ ਇਹ ਗੱਲ ਕਹਿਤੀ ਕਿ ਸਾਨੂੰ ਤੁਸੀਂ ਆਪਣਾ ਸਾਡਾ ਸਾਥ ਚਾਹੁੰਦੇ ਹੋ ਜਾਂ BSF ਦੀ ਕੋਈ ਕੋਆਪਰੇਸ਼ਨ ਚਾਹੁੰਦੇ ਹੋ ਤਾਂ ਸਾਨੂੰ ਰਿਟਨ ਆਰਡਰ ਕਰੋ, ਉਹਨਾਂ ਰਿਟਨ ਆਰਡਰ ਕਰਨ ਤੋਂ ਮਨਾ ਕਰਤਾ। ਤੇ ਫਿਰ ਅਗਲਾ ਸਟੈਪ ਕੀ ਲਿਆ ਉਹਨਾਂ ਨੇ? ਉਦੋਂ ਬਾਅਦ ਜੀ ਮੀਟਿੰਗ ਖਤਮ ਹੋ ਗਈ। ਪਰ ਉਹ ਮੈਂ ਕਿਹਾ ਜੀ ਇੱਥੇ ਯਾਤਰੂ ਹੈਗੇ, ਉਹ ਮੰਨ ਲਿਆ ਸੀ ਉਹਨਾਂ ਨੇ ਕਿ ਜੇ ਅਸੀਂ ਯਾਤਰੂ ਕੱਢ ਦਿਆਂਗੇ, ਕੱਢ ਕੇ ਫੇਰ ਕਰਾਂਗੇ। ਅਨਫੋਰਚੂਨੇਟਲੀ ਉਧਰ 4 ਤਰੀਕ ਸਵੇਰੇ ਇਹਨਾਂ ਨੇ ਕੋਈ ਉਧਰ ਲੋਕ ਇਸ਼ਨਾਨ ਕਰ ਗਿਆ, 5 ਨੂੰ ਸਵੇਰੇ ਫਾਇਰ ਖੋਲ੍ਹਤਾ ਮੋਟਰ ਦਾ, ਉਹਦੇ 'ਤੇ ਕਾਫੀ ਕੈਜੂਅਲਟੀਜ਼ ਹੋ ਗਈਆਂ। ਠੀਕ। ਤੇ 4 ਤਰੀਕ ਨੂੰ ਸਵੇਰੇ ਸਾਡੀ ਮੀਟਿੰਗ ਹੋਈ। ਮੈਂ ਕਿਹਾ ਜੀ ਤੁਸੀਂ ਆਹ ਮੰਨਿਆ ਸੀ, ਆਹ ਕਿਉਂ ਕੀਤਾ? ਤੇ ਮੈਂ ਨਾਲ ਦੀ ਨਾਲ ਰਿਪੋਰਟ ਲਿਖ ਕੇ ਹੈੱਡਕੁਆਟਰ ਨੂੰ ਭੇਜਤੀ ਕਿ ਜੀ ਇਸ ਤਰ੍ਹਾਂ ਹੈਗਾ, ਇਹ ਓਵਰ ਕਾਨਫੀਡੈਂਸ ਹੈਗੀ, ਕੈਜੂਅਲਟੀ ਹੋਣਗੀਆਂ ਹੈਵੀ, ਮੁਸ਼ਕਿਲ ਹੋਏਗਾ ਸਾਰਿਆਂ ਨੂੰ ਕੱਲ ਪਾਰਲੀਮੈਂਟ 'ਤੇ ਜਵਾਬ ਦੇਣਾ ਹੋਰ ਨਾ। ਤੇ ਉਹ ਸਾਰੀ ਰਿਪੋਰਟ ਪਈ। ਉਹ ਰਿਪੋਰਟ ਘੁੰਮਦੀ ਰਾਤੋਂ ਰਾਤ ਜਨਰਲ ਬਰਾੜ ਕੋਲ ਪਹੁੰਚ ਗਈ। ਦੂਜੇ ਦਿਨ ਮੈਨੂੰ ਕਹਿੰਦੇ ਬਈ ਤੂੰ ਮੇਰੇ ਖਿਲਾਫ ਰਿਪੋਰਟ ਕੀਤੀ ਆ। ਠੀਕ। ਮੈਂ ਕਿਹਾ ਜੀ ਮੈਂ ਤੁਹਾਡੇ ਖਿਲਾਫ ਰਿਪੋਰਟ ਨਹੀਂ ਕੀਤੀ, ਤੇ ਮੈਂ ਆਪਣੇ ਹੈੱਡਕੁਆਟਰ ਦੀ ਡਿਊਟੀ ਹੈਗੀ ਆ, ਉਹਨੂੰ ਦੱਸਾਂਗਾ ਕਿ ਸਿਚੁਏਸ਼ਨ ਆ, ਗਰਾਊਂਡ ਸਿਚੁਏਸ਼ਨ, ਐਂਡ ਅੱਗੇ ਨੂੰ ਵੀ ਭੇਜਾਂਗਾ। ਤੇ ਉਹ ਹੋਰ ਵੀ ਤਿੜ ਗਿਆ। ਤੇ ਉਹਨਾਂ ਨੇ ਫਿਰ ਮੈਨੂੰ BSF ਹੈੱਡਕੁਆਟਰ ਨਾਲ ਗੱਲ ਕਰਕੇ 1 ਮਹੀਨੇ ਦੀ ਛੁੱਟੀ ਭਿਜਵਾ ਦਿੱਤਾ, ਮੈਨੂੰ ਐਸਕੋਰਟ ਦਿੱਤੀ। 4 ਤਰੀਕ ਨੂੰ ਮੈਂ ਆਪਣੇ ਪਿੰਡ ਆ ਗਿਆ ਜੀ, ਉੱਥੇ ਫਿਰ ਰਿਹਾ। ਅੱਛਾ, 4 ਜੂਨ 1984 ਨੂੰ ਤੁਹਾਨੂੰ ਇੱਕ ਹਿਸਾਬ ਨਾਲ ਜੇ ਜਬਰੀ ਛੁੱਟੀ ਤੇ ਭੇਜ ਦਿੱਤਾ, ਜਿਹਨੂੰ ਪੰਜਾਬੀ 'ਚ ਕਹਿ ਦਿੰਦੇ। ਹਾਂਜੀ। ਤੇ ਉਸ ਤੋਂ ਬਾਅਦ ਤੁਸੀਂ ਵਾਪਸ ਆ ਗਏ। ਉਦੋਂ ਤੱਕ ਤੁਸੀਂ ਸਾਰੀ ਕਾਰਵਾਈ ਲਿਖ ਰਹੇ ਸੀਗੇ ਵੀ ਜੋ ਕਮਿਟ ਕੀਤਾ ਗਿਆ ਇਹ ਉਹਦੇ ਤੇ ਪੂਰਾ ਨਹੀਂ ਉਤਰਿਆ, ਨਿਰਦੋਸ਼ ਲੋਕਾਂ ਨੂੰ, ਆਮ ਸੰਗਤਾਂ ਨੂੰ ਉੱਥੋਂ ਨਿਕਲ ਨਹੀਂ ਦਿੱਤਾ ਗਿਆ। ਕਾਫੀ ਜ਼ਖਮੀ ਹੋ ਗਏ, ਮੈਨੂੰ ਇਹ ਨਹੀਂ ਪਤਾ ਕਿੰਨੇ ਹੋਏ ਆ। ਠੀਕ। ਉਸ ਤੋਂ ਬਾਅਦ ਤਾਂ ਮੇਰੀ ਸੁਣੀ ਸੁਣਾਈ ਗੱਲ ਹੈਗੀ ਆ, ਇੰਨਾ ਪਤਾ ਨਹੀਂ ਹੈਗਾ ਕੀ ਹੋਇਆ ਆਪਰੇਸ਼ਨ। ਪਰ ਉਹ ਜਿਹੜੀ ਸਰਦਾਰ ਨਰਪਿੰਦਰ ਸਿੰਘ ਰਤਨ ਦੀ ਕਿਤਾਬ ਹੈ, ਉਹਦੇ 'ਚ ਤੁਹਾਨੂੰ 8 ਤਰੀਕ ਔਨਵਰਡ ਦੇ ਸਾਰਾ ਇੱਕ ਡਿਟੇਲ, ਉਹਨੇ ਵਧੀਆ ਡਿਟੇਲ ਕਿਤੇ ਨਹੀਂ ਮਿਲਣੀ। ਅੱਛਾ ਜੀ, ਛੁੱਟੀ ਤੇ ਤੁਸੀਂ ਆ ਗਏ 4 ਜੂਨ ਨੂੰ। ਉਸ ਤੋਂ ਬਾਅਦ ਇਹ ਹੁਕਮ ਨਾ ਮੰਨਣ ਦਾ ਵੀ ਤੁਹਾਨੂੰ ਕੋਈ ਖਮਿਆਜਾ ਭੁਗਤਣਾ ਪਿਆ? ਹਾਂਜੀ, ਉਹਦੇ ਮੇਰੇ ਖਿਲਾਫ ਇਹਨਾਂ ਨੇ ਫੌਜ ਵਾਲਿਆਂ ਨੇ ਵੀ, ਔਰ ਮੇਰੇ IG ਸੀਗੇ, ਉਹਨਾਂ ਨੇ ਕੇਸ ਬਣਾ ਲਿਆ। ਇੱਕ ਹੁੰਦੀ ਆ ਆਰਟੀਕਲ 311 ਹੈਗਾ ਜੀ, ਜਿਹਦੇ ਉਹਦੇ 'ਚ ਇਹ ਹੈ ਵੀ ਕੋਈ ਵੀ ਬੰਦਾ ਇਨ ਦਾ ਇੰਟਰਸਟ ਆਫ ਦਾ ਸਿਕਿਉਰਿਟੀ ਜੀ ਹੈਗਾ, ਉਹਦੇ 'ਤੇ ਕੇਸ ਬਣਾ ਕੇ ਉਹਨੂੰ ਬਗੈਰ ਕਿਸੇ ਇਨਕੁਆਇਰੀ 'ਤੇ ਡਿਸਮਿਸ ਹੋ ਸਕਦਾ। ਅੱਛਾ। ਉਹ ਮੇਰੇ ਖਿਲਾਫ ਜੀ ਇਹਨਾਂ ਨੇ ਡਿਸਮਿਸਲ ਦਾ ਕੇਸ ਬਣਾਤਾ। ਅੱਛਾ ਜੀ। ਉਹ ਉੱਥੇ ਪਹੁੰਚ ਗਿਆ ਦਿੱਲੀ, ਉੱਥੇ ਘੁੰਮਦੇ ਸਾਰੇ ਉਹਨਾਂ ਨੇ ਇਨਕੁਆਇਰੀ ਕੀਤੀ, ਉਹਨਾਂ ਨੂੰ ਕੁਛ ਨਹੀਂ ਲੱਭਿਆ। ਫਿਰ ਉਹ ਮੇਰੀ ਡਿਸਮਿਸਲ ਦੀ ਕੇਸ ਜਦੋਂ ਪ੍ਰਾਈਮ ਮਿਨਿਸਟਰ ਦੇ ਦਫ਼ਤਰ 'ਚ ਪਹੁੰਚ ਗਈ। ਅੱਛਾ ਜੀ। ਉੱਥੇ ਇੱਕ ਉਹਦੇ ਸੈਕਟਰੀ ਸੀਗੇ ਕ੍ਰਿਸਚੀਅਨ ਮਿਸਟਰ PC ਅਲੈਗਜ਼ੈਂਡਰ, ਉਹਨੇ ਮੇਰਾ ਸਾਰਾ ਕੇਸ ਪੜ੍ਹਿਆ ਕਿ ਵੀ ਇਹ 12 ਸਾਲ ਨਾਰਥ ਈਸਟ ਲਾ ਕੇ ਆਇਆ ਤੇ ਇੱਥੇ ਦੇ ਕਿਸੇ ਪਾਸੇ ਹੈ ਨਹੀਂ, ਇਹ ਕਿਵੇਂ ਹੋ ਗਿਆ? ਤੇ ਉਹਨੇ ਮਿਸਟਰ ਭਿੰਡਰ ਸੀਗੇ IG ਪੰਜਾਬ ਪੁਲਿਸ, ਇਹਨੂੰ ਬੁਲਾਇਆ। ਮਿਸਟਰ ਪ੍ਰੀਤਮ ਸਿੰਘ ਭਿੰਡਰ ਗੁਰਦਾਸਪੁਰ। ਹਾਂਜੀ, ਉਹਨੂੰ ਬੁਲਾਇਆ ਕਿ ਮਿਸਟਰ ਭਿੰਡਰ ਆਹ ਇੱਕ ਕੇਸ ਆਇਆ, ਮੈਨੂੰ ਸਮਝ ਨਹੀਂ ਆਉਂਦੀ
ਇਹਦਾ ਰਿਕਾਰਡ ਬੜਾ ਵਧੀਆ, ਸਾਰਾ ਫੌਜ 'ਚ ਵੀ ਇਹ ਬੜਾ ਤਕੜਾ ਸੀਗਾ, ਸਾਰਾ ਹੈਗਾ ਇੱਧਰ ਨਾਰਥ ਈਸਟ ਵੀ ਬੜਾ ਤਕੜਾ, ਸਭ ਪਾਸੇ ਆ, ਕੋਈ ਹੈ ਨਹੀਂ। ਇਹ ਆਲ ਆਫ ਏ ਸਡਨ ਕਿਵੇਂ ਬਣ ਗਿਆ ਜੀ? ਕਹਿੰਦੇ ਜੀ ਪਿੰਡਰ ਸਾਹਿਬ ਕਹਿੰਦੇ ਜੀ ਜਿਹੜਾ ਅਕਾਲੀ ਦਲ ਹੈ ਇਹ ਕਾਂਗਰਸ ਦਾ ਪ੍ਰਾਇਮਰੀ ਸਕੂਲ ਹੈ। ਅੱਛਾ ਜੀ, ਮਤਲਬ ਨੋਟ ਕਰਨ ਵਾਲੀ ਗੱਲ ਆ ਕਿ ਅਕਾਲੀ ਦਲ ਕਾਂਗਰਸ ਦਾ ਪ੍ਰਾਇਮਰੀ ਸਕੂਲ ਹੈ ਤੇ ਅਕਾਲੀ ਪੋਲੀਟੀਸ਼ੀਅਨ ਨੂੰ ਤਿਆਰ ਕਰਦੇ ਆ ਜੀ, ਤੇ ਕਾਂਗਰਸ ਉਹਨੂੰ ਪਰਚੇਜ਼ ਕਰਕੇ ਵਰਤ ਲੈਂਦੀ ਆ। ਉਹਨੇ ਸਾਰੇ ਦੱਸੇ ਕਿ ਜੀ ਸਵਰਨ ਬਲਦੇਵ ਸਿੰਘ ਅਕਾਲੀ, ਸਵਰਨ ਸਿੰਘ ਅਕਾਲੀ, ਗੁਰਮੁਖ ਸਿੰਘ ਮੁਸਾਫਰ ਅਕਾਲੀ ਤੇ ਹੁਕਮ ਸਿੰਘ ਅਕਾਲੀ, ਗਿਆਨ ਸਿੰਘ ਰਾੜੇਵਾਲਾ ਅਕਾਲੀ, ਸਾਰੇ ਦੱਸੇ ਕਿ ਜੀ ਇੱਕੋ ਇੱਕ ਪਿਓਰ ਕਾਂਗਰਸੀਆ ਹੋਇਆ, ਉਹ ਸੀ ਸਰਦਾਰ ਦਰਬਾਰਾ ਸਿੰਘ। ਉਹੀ ਐਜ ਏ ਪੋਲੀਟੀਸ਼ੀਅਨ ਫੇਲ ਹੋ ਗਿਆ। ਜਿੰਨੇ ਸਕਸੈਸਫੁਲ ਪੋਲੀਟੀਸ਼ੀਅਨ ਨੇ ਕਾਂਗਰਸ ਦੇ ਆਗੋ ਕੇ ਇਹ ਸਾਰੇ ਅਕਾਲੀ ਵੇਸ ਹੈ। ਤੇ ਜੇ ਤੁਸੀਂ ਇਹਨੂੰ ਝੂਠੇ ਜਿਹੇ ਕੇਸ ਤੇ ਡਿਸਮਿਸ ਕਰ ਦਿਓਗੇ ਤੇ ਯੂ ਵਿਲ ਪ੍ਰੋਡਿਊਸ ਇਹ ਪੜ੍ਹਿਆ ਲਿਖਿਆ ਅਕਾਲੀ ਲੀਡਰ ਬਣਾ ਦਿਓਗੇ। ਇਹ ਦਾਲ ਰੋਟੀ ਖਾਂਦਾ ਤੇ ਹੋਰ ਇਹਨੂੰ ਕੋਈ ਹੈ ਨਹੀਂ, ਇਹਦਾ 20 ਰੁਪਏ ਦਾ ਖਰਚਾ ਨਹੀਂ ਦਿਹਾੜੀ ਦਾ, ਪੜ੍ਹਿਆ ਲਿਖਿਆ ਹੈਗਾ ਤੇ ਤੁਸੀਂ ਇਹਨੂੰ ਪਰਚੇਜ ਨਹੀਂ ਕਰ ਸਕਣਾ। ਹੀ ਵਿਲ ਬੀ ਮੋਰ ਟਰਬਲਸਮ। ਸੋ ਬਿਹਤਰ ਇਹ ਆ ਵੀ ਤੁਸੀਂ ਇਹਦੇ ਤੇ ਕੋਈ ਕਰਪਸ਼ਨ ਦਾ ਕੇਸ ਬਣਾ ਲਓ, ਉਹ ਫਿਰ ਡਿਸਮਿਸ ਕਰ ਦਿਓ ਤਾਂ ਜੋ ਇਹ ਬੋਲ ਨਾ ਸਕੇ, ਮੂੰਹ ਨਾ ਖੋਲੇ। ਤੇ ਉਹ ਜੀ ਉਹਨੇ ਲਿਖਤਾ ਫਾਈਂਡ ਆਊਟ ਹਿਜ਼ ਇੰਟੈਗ੍ਰਿਟੀ ਰਾਈਟ ਫॉर ਜੁਆਇਨਿੰਗ ਆਫ ਸਰਵਿਸ। ਉਹ ਦੇ ਇਨਕੁਆਇਰੀ ਮੇਰੀ ਜ਼ਮੀਨ ਵੀ ਚੈੱਕ ਹੋਈ, ਸਭ ਕੁਝ ਚੈੱਕ ਹੋਇਆ, ਕਿਸੇ ਪਾਸੇ ਕੁਝ ਨਹੀਂ ਲੱਭਿਆ। ਤੇ ਅਖੀਰ ਦੇ ਵਿੱਚ ਜਦੋਂ ਕੇਸ ਕਲੀਅਰ ਹੋ ਕੇ ਗਿਆ ਜੁਆਇੰਟ ਡਾਇਰੈਕਟਰ CBI ਕੋਲ ਤੇ ਉਹਨੇ ਲਿਖਿਆ ਉਹ DSP ਨੂੰ ਘੂਰਿਆ ਕਿ ਉਹ ਹੋਰ ਨਹੀਂ, ਇਹਦੇ ਖਿਲਾਫ ਕੋਈ ਫਰਿੱਜ ਪਰਚੇਜ, ਇਹ ਰੂਲ ਹੈ ਕਿ ਜੇ ਤੁਸੀਂ 5000 ਤੋਂ ਵੱਧ ਪ੍ਰਾਪਰਟੀ ਪਰਚੇਜ ਕਰੋ ਨਾ, ਜਾਂ ਤਾਂ ਗੌਰਮੈਂਟ ਦੀ ਪਰਮਿਸ਼ਨ ਲਓ ਜਾਂ ਰਿਪਿਊਟਡ ਡੀਲਰ ਤੋਂ ਖਰੀਦ ਕੇ ਗੌਰਮੈਂਟ ਨੂੰ ਇਨਫਾਰਮ ਕਰੋ ਇਹਨੇ ਫਰਿੱਜ ਖਰੀਦਿਆ ਹੋਣਾ, TV ਖਰੀਦਿਆ ਹੋਣਾ, ਕੁਝ ਖਰੀਦਿਆ ਹੋਣਾ, ਉਹਦੇ ਪਤਾ ਕਰ ਲਓ। ਤੇ ਉਹ ਜੀ CBI ਦੀ ਟੀਮ ਮੇਰੇ ਘਰ ਆ ਗਈ, ਇੱਕ DSP, 2 ਇੰਸਪੈਕਟਰ ਜੀ। ਤੋ ਹੀ ਵਾਸ ਫੀਲਿੰਗ ਵੈਰੀ ਸੈਡ ਕਿ ਸਰ ਵੀ ਆਰ ਅੰਡਰ ਫੋਰਸ ਟੂ ਮੇਕ ਏ ਕੇਸ ਅਗੇਂਸਟ ਯੂ। ਵੀ ਤੋ ਮੇਰੀ ਵਾਈਫ ਕਹਿੰਦੀ ਤੁਸੀਂ ਆਏ ਹੋ, ਸਾਡਾ ਧਰਮ ਨਹੀਂ ਕਹਿੰਦਾ ਕੋਈ ਆ ਜਾਏ ਘਰ, ਉਹਨੂੰ ਚਾਹ ਪਾਣੀ ਤੋਂ ਬਗੈਰ ਅਸੀਂ ਕਹੀਏ ਚਾਹ ਪੀਓ, ਉਹ ਨਾ ਜੀ ਚਾਹ ਚੂ ਪੀਤੀ, ਸਾਰਾ ਕੁਝ ਕੀਤਾ। ਕਹਿੰਦਾ ਉਹ ਮੇਰੀ ਵਾਈਫ ਵਾਜ ਏ ਵੈਰੀ ਗੁੱਡ ਮੁਨੀਮ ਜੀ, ਉਹ ਰੋਜ਼ ਦਾ ਰੋਜ਼ ਖਰਚਾ ਲਿਖ ਦਿੰਦੇ ਸੀ। ਅੱਛਾ, ਇਹਨੇ ਦੀ ਦਾਲ ਆਈ, ਇਹਨੇ ਦੀ ਸਬਜ਼ੀ ਆਈ, ਇਹਨਾਂ ਦਾ ਕਿ ਠੰਡਦਾਰ ਨੇ 10 ਕਿਲੋ ਅੰਬ ਵੀ ਭੇਜਤੇ, ਉਹਨੇ ਨੋਟਬੁੱਕ ਰੱਖੀ ਹੋਈ ਸੀ, ਉੱਤੇ ਰਿਸੀਵਡ ਰੁਪੀ ਸੋ ਮਚ ਫਸਟ ਸਪਲਾਈ ਆਫ ਟਾਈਮ, ਉਹਦੇ 9 ਨੰਬਰ ਲਿਖ ਕੇ ਸਫਾਈਆਂ ਦਾ ਰੱਖਦੀ ਸੀ ਸਾਰਾ। ਤੇ ਕਿਸੇ ਨੂੰ ਉਹ ਮੁਫਤ ਨਹੀਂ ਸੀ। ਤੇ ਉਹਨਾਂ ਨੇ ਮੇਰੇ ਘਰ ਕੋਈ ਸਿਪਾਹੀ ਵੀ ਆ ਗਿਆ, ਮੇਰੀ ਵਾਈਫ ਜਾਂ ਬੱਚੇ, ਉਹਨਾਂ ਨੂੰ ਬਰਾਂਡੇ 'ਚ ਬਿਠਾ ਕੇ ਪਾਣੀ ਦਾ ਗਲਾਸ ਪੀ ਕੇ, ਚਾਹ ਦਾ ਟਾਈਮ ਆ, ਚਾਹ ਵੀ ਬਣ ਜਾਂ ਅੰਕਲ ਕਹਿ ਕੇ ਬੁਲਾਉਣਗੇ। ਇਸ ਕਰਕੇ ਮੇਰੇ 3 ਬੱਚੇ ਪ੍ਰੋਫੈਸ਼ਨਲ ਹੈਗੇ ਆ। ਤੇ ਉਹ ਮੇਰੀ ਵਾਈਫ ਕਹਿੰਦੀ ਜੀ, ਉਹ ਕਹਿੰਦੀ ਜੀ ਆ ਫਰਿੱਜ ਦਾ ਦੱਸੋ। ਉਹ ਕਹਿੰਦੀ ਜੀ ਫਲਾਣੇ ਸਾਲ ਮੈਂ ਤੁਹਾਨੂੰ ਦੱਸਿਆ, ਉਹਨਾਂ ਜੀ ਡਾਇਰੀ ਕੱਢੀ ਕਿ ਜੀ ਇੰਨੇ ਦਾ ਖਰੀਦਿਆ ਸੀ, ਇੰਨੇ ਦੱਸਿਆ, ਆਹ ਤਾਂ ਉਹਦਾ ਰਿਕਾਰਡ ਹੈ, ਬਾਕੀ ਮੈਂ ਫਾਈਲ ਕੱਢ ਕੇ ਤੁਹਾਨੂੰ ਦੇ ਦਿੰਦੀ ਹਾਂ ਜਿਹੜਾ ਗੌਰਮੈਂਟ ਨੂੰ ਅਪਲਾਈ। ਕਹਿੰਦੇ ਨਹੀਂ ਮੈਡਮ, ਇਹ ਸਾਡੀ ਤਸੱਲੀ ਹੋ ਗਈ, ਜੇ ਤੁਹਾਡੇ ਵਰਗੀਆਂ ਸਾਰੇ IP ਦੀਆਂ ਵਾਈਫ 'ਚ ਹੋਣ, CBI ਨੇ ਤਾਂ ਕੀ ਮਾਰਨਾ, ਤੁਹਾਨੂੰ ਰੱਬ ਵੀ ਨਹੀਂ ਮਾਰ ਸਕਦਾ। ਜੀ ਉਹਨਾਂ ਨੇ ਲਿਖ ਕੇ ਰਿਪੋਰਟ ਭੇਜਤੀ, ਉਹ ਮੈਨੂੰ ਇਹਨਾਂ ਨੇ ਕਲੀਅਰ ਕਰਤਾ, ਕਲੀਅਰ ਕਰਕੇ ਇਹਨਾਂ ਨੇ ਮੈਨੂੰ ਵਾਪਸ ਮਨੀਪੁਰ ਭੇਜਤਾ। ਅੱਛਾ, ਉਸ ਤੋਂ ਫਿਰ ਤੁਸੀਂ ਰੀਜੁਆਇਨ ਕਰ ਗਏ ਆਪਣਾ? ਮੈਂ BSF ਨੂੰ ਪਹਿਲਾਂ ਮਹੀਨੇ ਦੀ ਛੁੱਟੀ ਤੇ ਜਦੋਂ ਆਇਆ। ਕਿੰਨੇ ਮਹੀਨੇ ਤੁਸੀਂ ਰਹੇ ਹੋ? 10 ਮਹੀਨੇ ਜੀ। 10 ਮਹੀਨੇ ਡਿਸਮਿਸ ਹੀ ਰਹੇ? ਨਹੀਂ ਡਿਸਮਿਸ ਨਹੀਂ ਜੀ, ਹਾਂਜੀ 10 ਮਹੀਨੇ ਅੰਡਰ ਇਨਕੁਆਰੀ। ਅੰਡਰ ਇਨਕੁਆਰੀ ਉਹਨੂੰ ਮੈਨੂੰ ਅਟੈਚ ਕਰਤਾ ਸੀ, ਕੰਮ ਧੰਦਾ ਕੋਈ ਨਹੀਂ। BSF ਹੈਡਕੁਆਟਰ ਸਵੇਰੇ ਸ਼ਾਮ ਹਾਜ਼ਰੀ ਲਗਾ ਲਈ ਸੀ ਦਿੱਲੀ, ਤਾਂ ਦਿੱਲੀ ਰਿਹਾ ਜੀ ਮੈਂ 9 ਮਹੀਨੇ ਛੁੱਟੀ ਦੇ ਬਾਅਦ। ਅੱਛਾ, ਉਦੋਂ ਬਾਅਦ ਜਦੋਂ ਕੁਛ ਨਹੀਂ ਮਿਲਿਆ 1985 'ਚ ਮੈਨੂੰ ਉਹਨਾਂ ਨੇ ਕਲੀਅਰ ਕਰਤਾ, ਕਰਕੇ ਫਿਰ ਮੈਨੂੰ ਵਾਪਸ ਭੇਜਤਾ। ਠੀਕ, ਤੇ ਉੱਥੇ ਚਲਾ ਗਿਆ ਜੀ। ਅੱਛਾ, ਇੱਕ ਸੀਨੀਅਰ BSF ਦੇ ਅਧਿਕਾਰੀ ਹੋਣ ਦੇ ਨਾਤੇ ਇੱਕ ਗੱਲ ਤੁਹਾਡੇ ਕੋਲੋਂ ਅਸੀਂ ਜਾਣਨਾ ਚਾਹਾਂਗੇ। ਚਰਚਾ ਰਹਿੰਦੀ ਆ ਕਿ ਕਿਤਾਬਾਂ 'ਚ ਵੀ ਲਿਖਿਆ, ਕਈਆਂ ਨੇ ਲੋਕਾਂ ਦੀਆਂ ਅਫਵਾਹਾਂ ਵੀ ਰਹੀਆਂ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਅਸਲਾ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਤੇ ਉਹਨਾਂ ਦੇ ਸਾਥੀਆਂ ਵੱਲੋਂ ਵਰਤਿਆ ਗਿਆ, ਉਹ ਪਾਕਿਸਤਾਨ ਤੋਂ ਸਮਗਲ ਹੋ ਕੇ ਆਇਆ ਸੀ ਜਾਂ ਕਿੱਦਾਂ ਵੀ। ਤੁਸੀਂ BSF ਦੇ ਅਧਿਕਾਰੀ ਸੀ ਜਿਹਦਾ ਕੰਮ ਹੈ ਬਾਰਡਰ ਸਿਕਿਉਰਿਟੀ ਫੋਰਸ, ਕਿ ਉਹ ਬਾਰਡਰ ਦੀ ਸੁਰੱਖਿਆ ਕਰਦੀ ਆ, ਅਤੇ ਕੀ ਕਿਤੇ ਨਾ ਕਿਤੇ BSF ਕੋਲੋਂ ਕੋਈ ਕਮੀ ਰਹਿ ਗਈ ਜਾਂ ਕਿਤੇ ਸਿਕਿਉਰਿਟੀ ਕੋਈ ਇੱਦਾਂ ਦਾ ਕੋਈ ਹੈਗਾ ਸੀ ਵਿੱਚ ਲੂਪੋਲ ਪੀ ਜਿਹਦੇ ਵਿੱਚੋਂ ਦੀ ਇਹ ਗੱਲ ਨਿਕਲ ਕੇ ਆਈ? ਸਾਡੇ ਇੱਕ ਉੱਥੇ SP ਸੀ ਜੀ, ਬਾਅਦ 'ਚੋਂ SSP ਪਟਿਆਲਾ ਦੇ, ਉਹਦੇ ਗੋਲੀ ਮਾਰ ਕੇ ਮਾਰਦੇ। ਬਹੁਤ ਵਧੀਆ ਅਫਸਰ ਸੀ ਸੀਤਲ ਦਾਸ। ਠੀਕ, ਹਾਂਜੀ, ਹੀ ਵਾਜ਼ SP ਹੈਡਕੁਆਟਰ ਉੱਥੇ। ਉਹਨੂੰ ਸੀਤਲ ਦਾਸ ਨੂੰ ਜਨਰਲ ਬਰਾੜ ਮਜ਼ਾਕ ਕਹਿੰਦੇ, ਸੀਤਲ ਦਾਸ ਇੰਨੇ ਵੈਪਨ ਕਿੱਥੋਂ ਆ ਗਏ? ਹਾਂਜੀ, ਕਹਿੰਦਾ ਜੀ ਕੋਈ ਪੁੱਛਣ ਵਾਲੀ ਗੱਲ ਆ ਕਿ 1965 ਜਿਹੜੇ ਤੁਹਾਡੇ ਫੌਜ ਦੇ ਬੰਦੇ ਛੱਡ ਕੇ ਭੱਜੇ ਸੀ ਉਹੀ ਇੱਥੇ ਆ ਗਏ ਨੇ। ਅੱਛਾ, ਉਹ ਚੁੱਪ ਕਰ ਗਿਆ, ਜਨਰਲ ਤਾਂ ਬੋਲਿਆ ਨਹੀਂ ਮੁੜ ਕੇ। ਇਹ ਠੀਕ ਹੈ ਕਿ ਜਿਹੜੇ ਵੈਪਨ ਆਉਂਦੇ ਸੀਗੇ, ਜਿਵੇਂ ਇਹ
ਲੰਗਰ ਦਾ ਰਾਸ਼ਨ ਦਾ ਉਹਦੀ ਗੱਡੀਆਂ 'ਚ ਵੀ ਛੁਪ ਕੇ ਆ ਜਾਂਦੇ ਸੀ ਜੀ ਜਾਂ ਬਾਰਡਰ ਦੇ ਉੱਤੇ ਵੀ ਦੇਖੋ ਸਾਰੇ ਉਂਗਲੀ ਤਾਂ ਬਰਾਬਰ ਨਹੀਂ ਹੁੰਦੀਆਂ ਜੀ ਹੋ ਸਕਦਾ ਕਿਤੇ ਮਾੜੀ ਮੋਟੀ ਕਿਉਂਕਿ ਬਾਰਡਰ ਜਿਹੜਾ ਹੈਗਾ ਇਹ ਰਾਵੀ ਦਾ ਹਾਂਜੀ ਉਸ ਵਕਤ ਤੱਕ ਇਹ ਤਾਰ ਤੂਰ ਵੀ ਨਹੀਂ ਸੀ ਲੱਗੀ ਤੇ ਵਿਰਲੀਆਂ ਪੋਸਟਾਂ ਹੁੰਦੀਆਂ ਐਡਾ ਵੱਡਾ ਸਰਕੰਡਾ ਹਾਂਜੀ ਉੱਥੇ 10 ਗਜ਼ ਤੇ ਤੁਹਾਨੂੰ ਝੋਟਾ ਨਜ਼ਰ ਨਹੀਂ ਆਉਂਦਾ ਹਾਂ ਬਿਲਕੁਲ ਠੀਕ ਉਹਨਾਂ ਦਿਨਾਂ 'ਚ ਉੱਥੋਂ ਦੀ ਇਨਫਿਲਟ੍ਰੇਸ਼ਨ ਕਰਨਾ ਕਾਫੀ ਸੌਖਾ ਸੀ ਠੀਕ ਉਦੋਂ ਵੀ ਆ ਗਿਆ ਹੋਣਾ ਬਾਕੀ ਉਹ 65 ਦੇ ਜਿਹੜੇ ਵੈਪਨ ਪਾਕਿਸਤਾਨੀਆਂ ਨੇ ਉੱਥੇ ਸੀ ਉਹ ਲੋਕਾਂ ਦੇ ਹੱਥ ਪੈ ਗਏ ਉਹ ਆ ਗਏ ਠੀਕ ਤਾਂ ਇਸ ਕਰਕੇ ਸਾਰੇ ਪਾਸੇ ਸੀਗਾ ਇਕੱਠਾ ਹੋਇਆ ਠੀਕ ਹੈ ਜੀ ਵੈਪਨ ਕਿਵੇਂ ਆਏ ਦਰਬਾਰ ਸਾਹਿਬ ਦੇ ਵਿੱਚ ਕੀ ਹੋਇਆ ਕਿਵੇਂ ਇਹਨਾਂ ਦੀਆਂ ਇਨਕੁਆਇਰੀਜ਼ ਹੋਈਆਂ ਸਾਰਾ ਕੁਝ ਤੁਸੀਂ ਸੁਣਿਆ ਇਸ ਤੋਂ ਅੱਗੇ ਇਹਨਾਂ ਦੀ ਜ਼ਿੰਦਗੀ ਦੀਆਂ ਅਹਿਮ ਘਟਨਾਵਾਂ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਲਗਾਤਾਰ ਤੁਸੀਂ ਵੇਖਦੇ ਰਹਿਣਾ ਜੀ ਪੰਜਾਬ 1799 ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ